ਹਾਂਜੀ, ਸਤਿ ਸ੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਪੀਬੀ ਸਿੱਖਿਆ ਸੈਂਟਰ ਤੇ। ਪੀਬੀ ਸਿੱਖਿਆ ਸੈਂਟਰ ਤੇ ਅੱਜ ਅਸੀਂ ਤੁਹਾਨੂੰ ਕਰਾਉਣ ਵਾਲੇ ਹਾਂ ਰੀਜਨਿੰਗ ਦਾ ਇੱਕ ਮੋਸਟ ਇੰਪੋਰਟੈਂਟ ਟੌਪਿਕ, ਜਿਸ ਦਾ ਨਾਮ ਹੈ ਬਲੱਡ ਰਿਲੇਸ਼ਨ ਜਾਂ ਖੂਨੀ ਰਿਸ਼ਤੇ ਜਾਂ ਰਕਤ ਸੰਬੰਧ। ਜੇਕਰ ਤੁਸੀਂ ਪੰਜਾਬ ਪੁਲਿਸ ਜੇਲ੍ਹ ਬਾਰਡਰ, ਪੰਜਾਬ ਪੁਲਿਸ ਕਾਂਸਟੇਬਲ ਜਾਂ ਫਿਰ ਕਿਸੇ ਹੋਰ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ। ਇਹ ਇੰਡੀਆ ਅਤੇ ਪੰਜਾਬ ਦੇ ਹਰੇਕ ਐਗਜ਼ਾਮ ਵਿੱਚ ਪੁੱਛਿਆ ਜਾਣ ਵਾਲਾ ਟੌਪਿਕ ਹੈ। ਤਾਂ ਸਟਾਰਟ ਕਰਦੇ ਹਾਂ ਅੱਜ ਦਾ ਟੌਪਿਕ ਬਲੱਡ ਰਿਲੇਸ਼ਨ। ਬਲੱਡ ਰਿਲੇਸ਼ਨ ਵਿੱਚ ਤੁਸੀਂ ਧਿਆਨ ਰੱਖਣਾ ਹੈ, ਇਸ ਵਿੱਚ ਰੋਜ਼ਾਨਾ ਜੋ ਵੀ ਰਿਸ਼ਤੇ ਸਾਡੇ ਸਾਹਮਣੇ ਆਉਣ, ਜਿਵੇਂ ਕਿ ਭੈਣ ਭਰਾ, ਮਾਤਾ ਪਿਤਾ ਜਾਂ ਫਿਰ ਹੋਰ ਜਿੰਨੇ ਵੀ ਰਿਸ਼ਤੇ ਹਨ, ਚਾਚਾ ਤਾਇਆ, ਜੋ ਵੀ ਰਿਸ਼ਤੇ ਹਨ ਉਸ ਦੇ ਨਾਲ ਹੀ ਸੰਬੰਧਿਤ ਹੈ। ਇਹ ਇੱਕ ਬਹੁਤ ਹੀ ਆਸਾਨ ਟੌਪਿਕ ਹੈ ਜੇਕਰ ਅਸੀਂ ਇਸਨੂੰ ਸਮਝ ਲੈਂਦੇ ਹਾਂ, ਪਰ ਜੇਕਰ ਨਹੀਂ ਸਮਝ ਪਾਉਂਦੇ ਤਾਂ ਇੱਕ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ। ਇਸ ਨੂੰ ਜੋ ਕਰਨ ਦਾ ਮੈਥਡ ਹੈ, ਜੇਕਰ ਤੁਸੀਂ ਉਹ ਸਹੀ ਤਰੀਕੇ ਨਾਲ ਸਮਝ ਆਉਂਦੇ ਹੋ ਤਾਂ ਤੁਹਾਡੇ ਲਈ ਬਹੁਤ ਆਸਾਨ ਹੋ ਜਾਂਦਾ ਹੈ। ਤਾਂ ਸਟਾਰਟ ਕਰਦੇ ਹਾਂ ਇਸ ਨੂੰ ਕਰਨ ਦਾ ਜੋ ਮੈਥਡ ਹੈ। ਤੁਸੀਂ ਸਭ ਤੋਂ ਪਹਿਲਾਂ ਜਾਣਨਾ ਹੈ ਕਿ ਇਸ ਦੇ ਵਿੱਚ ਜੋ ਪੁਰਸ਼ ਹੈ ਉਸ ਦੇ ਲਈ ਜੋ ਅਸੀਂ ਚਿੰਨ੍ਹ ਵਰਤਾਂਗੇ ਉਹ ਵਰਤਾਂਗੇ ਜੀ ਪਲੱਸ ਦਾ, ਅਤੇ ਔਰਤ ਲਈ ਜਾਂ ਮਹਿਲਾ ਲਈ ਜੋ ਅਸੀਂ ਚਿੰਨ੍ਹ ਵਰਤਾਂਗੇ ਉਹ ਹੈ ਜੀ ਮਾਈਨਸ ਦਾ ਚਿੰਨ੍ਹ। ਪਲੱਸ ਅਤੇ ਮਾਈਨਸ ਤੋਂ ਤੁਸੀਂ ਸਮਝਣਾ ਹੈ ਕਿ ਭਾਰਤ ਵਿੱਚ ਪੁਰਸ਼ਾਂ ਦੀ ਸੰਖਿਆ ਔਰਤਾਂ ਦੇ ਮੁਕਾਬਲੇ ਜ਼ਿਆਦਾ ਹੈ, ਮਤਲਬ ਪਲੱਸ ਵਿੱਚ ਹੈ, ਅਤੇ ਔਰਤਾਂ ਦੀ ਸੰਖਿਆ ਪੁਰਸ਼ਾਂ ਦੇ ਮੁਕਾਬਲੇ ਮਾਈਨਸ ਵਿੱਚ ਹੈ, ਯਾਨੀ ਕਿ ਘਟੋ ਵਿੱਚ ਹੈ। ਜਿਵੇਂ ਕਿ ਮੈਂ ਕਹਿੰਦਾ ਹਾਂ ਕਿ ਇਹ ਇੱਕ ਪੁਰਸ਼ ਹੈ, ਮਤਲਬ ਇਹ ਇੱਕ ਪੁਰਸ਼ ਹੈ, ਜਾਂ ਆਪਾਂ ਕਹਿ ਦਾਂਗੇ ਇਹ ਇੱਕ ਪਿਤਾ ਹੈ, ਜੋ ਵੀ ਪੁਰਸ਼ ਨਾਲ ਸੰਬੰਧਿਤ ਰਿਸ਼ਤਾ ਹੈ, ਤਾਂ ਇਹ ਨਾਲ ਅਸੀਂ ਜੋ ਚਿੰਨ੍ਹ ਵਰਤਾਂਗੇ ਉਹ ਵਰਤਾਂਗੇ ਪਲੱਸ ਦਾ। ਅਤੇ ਜੇ ਮੈਂ ਕਹਿੰਦਾ ਹਾਂ ਕਿ ਇਹ ਇੱਕ ਮਹਿਲਾ ਹੈ ਤਾਂ ਇਹ ਨਾਲ ਅਸੀਂ ਚਿੰਨ੍ਹ ਵਰਤਾਂਗੇ ਮਾਈਨਸ ਦਾ। ਉਸ ਤੋਂ ਅਸੀਂ ਗੱਲ ਕਰਦੇ ਹਾਂ ਰਿਸ਼ਤਿਆਂ ਦੀ, ਤਾਂ ਪਹਿਲਾ ਰਿਸ਼ਤਾ ਹੈ ਜੋ ਪਤੀ ਅਤੇ ਪਤਨੀ ਦਾ। ਪਤੀ ਅਤੇ ਪਤਨੀ ਲਈ ਜੋ ਅਸੀਂ ਚਿੰਨ੍ਹ ਵਰਤਾਂਗੇ ਜੀ ਉਹ ਹੈ ਡਬਲ ਲਾਈਨ ਦਾ। ਜੇ ਮੈਂ ਕਹਿੰਦਾ ਹਾਂ ਏ ਅਤੇ ਬੀ ਪਤੀ ਪਤਨੀ ਹਨ ਤਾਂ ਮੈਂ ਏ ਅਤੇ ਬੀ ਵਿੱਚ ਇਸ ਤਰ੍ਹਾਂ ਲੰਬੀਆਂ ਲਾਈਨਾਂ ਦੋ ਮਾਰਾਂਗਾ, ਏ ਅਤੇ ਬੀ ਪਤੀ ਪਤਨੀ ਹਨ। ਜੇ ਮੈਂ ਕਹਿੰਦਾ ਹਾਂ ਏ ਬੀ ਦਾ ਪਤੀ ਹੈ ਤਾਂ ਏ ਨਾਲ ਪਲੱਸ ਦਾ ਚਿੰਨ੍ਹ ਆ ਜਾਵੇਗਾ ਅਤੇ ਬੀ ਨਾਲ ਮਾਈਨਸ ਦਾ ਚਿੰਨ੍ਹ ਆ ਜਾਵੇਗਾ। ਉਸ ਤੋਂ ਅੱਗੇ ਅਗਲੇ ਰਿਸ਼ਤੇ ਦੀ ਗੱਲ ਕਰਦੇ ਹਾਂ ਜੋ ਸਮਾਨ ਉਮਰ ਦੇ ਰਿਸ਼ਤੇ ਹੁੰਦੇ ਹਨ, ਜਿਵੇਂ ਭੈਣ ਭਰਾ, ਚਚੇਰਾ ਭਰਾ, ਮਮੇਰਾ ਭਰਾ, ਜਾਂ ਫਿਰ ਭੈਣ ਦਾ ਪਤੀ ਜਿਵੇਂ ਕਿ ਜੀਜਾ ਜਾਂ ਫਿਰ ਸਾਲਾ, ਹੋਰ ਜਿੰਨੇ ਵੀ ਸਮਾਨ ਉਮਰ ਦੇ ਰਿਸ਼ਤੇ ਹਨ ਉਹਨਾਂ ਲਈ ਜੋ ਅਸੀਂ ਚਿੰਨ੍ਹ ਵਰਤਾਂਗੇ ਉਹ ਵਰਤਾਂਗੇ ਜੀ ਸਿੰਗਲ ਲਾਈਨ ਦਾ। ਸਮਾਨ ਉਮਰ ਵਾਲਿਆਂ ਲਈ ਰਿਸ਼ਤਿਆਂ ਲਈ, ਮਤਲਬ ਕਿ ਜੋ ਸੇਮ ਏਜ ਦੇ ਰਿਸ਼ਤੇ ਹਨ ਉਸ ਦੇ ਲਈ ਜੋ ਅਸੀਂ ਚਿੰਨ੍ਹ ਵਰਤਾਂਗੇ ਉਹ ਵਰਤਾਂਗੇ ਜੀ ਸਿੰਗਲ ਲਾਈਨ। ਜਿਵੇਂ ਮੈਂ ਕਹਾਂਗਾ ਕਿ ਏ ਅਤੇ ਬੀ ਭੈਣ ਭਾਈ ਹਨ, ਏ ਅਤੇ ਬੀ ਜੇਕਰ ਭੈਣ ਭਰਾ ਹਨ ਤਾਂ ਇਹਨਾਂ ਵਿੱਚ ਇਸ ਤਰ੍ਹਾਂ ਸਿੰਗਲ ਲਾਈਨ ਵਰਤੀ ਜਾਵੇਗੀ। ਏ ਅਤੇ ਬੀ ਭੈਣ ਭਾਈ ਹਨ, ਏ ਬੀ ਦਾ ਭਰਾ ਹੈ ਤਾਂ ਏ ਨਾਲ ਜੋ ਚਿੰਨ੍ਹ ਆਵੇਗਾ ਪਲੱਸ ਦਾ ਆਵੇਗਾ। ਜਿਵੇਂ ਕਹਾਂਗਾ ਬੀ ਏ ਦੀ ਭੈਣ ਹੈ ਤਾਂ ਬੀ ਨਾਲ ਮਾਈਨਸ ਦਾ ਚਿੰਨ੍ਹ ਆਵੇਗਾ। ਇਸ ਤੋਂ ਅੱਗੇ ਚੱਲਦੇ ਹਾਂ ਜੀ, ਸਮਾਨ ਉਮਰ ਦੇ ਰਿਸ਼ਤੇ ਹੋ ਗਏ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਆਪਣਾ ਜਿਵੇਂ ਪੀੜ੍ਹੀ ਦਰ ਪੀੜ੍ਹੀ ਰਿਸ਼ਤੇ ਵੱਧਦੇ ਜਾਂਦੇ ਨੇ। ਵੱਧਦੇ ਦਾ ਮਤਲਬ ਹੈ ਕਿ ਜਿਵੇਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਜਾਂਦੇ ਹਨ ਵੱਡੀ ਉਮਰ ਦੇ, ਜਿਵੇਂ ਪਿਤਾ ਦਾਦਾ ਪੜਦਾਦਾ। ਪੀੜ੍ਹੀ ਦਰ ਪੀੜ੍ਹੀ ਵਧਣ ਵਾਲੇ ਰਿਸ਼ਤਿਆਂ ਲਈ ਅਸੀਂ ਜੋ ਚਿੰਨ੍ਹ ਵਰਤਾਂਗੇ ਉਸ ਦੀ ਗੱਲ ਕਰਦੇ ਹਾਂ। ਪੀੜ੍ਹੀ ਦਰ ਪੀੜ੍ਹੀ ਵਧਣ ਵਾਲੇ ਰਿਸ਼ਤਿਆਂ ਲਈ ਅਸੀਂ ਜਾਂ ਘਟਣ ਵਾਲੇ ਰਿਸ਼ਤਿਆਂ ਲਈ ਅਸੀਂ ਇਸ ਤਰ੍ਹਾਂ ਦਾ ਇੱਕ ਚਿੰਨ੍ਹ ਵਰਤਾਂਗੇ। ਜੇਕਰ ਰਿਸ਼ਤਾ ਵੱਧਦਾ ਹੈ, ਮਤਲਬ ਕਿ ਉਮਰ ਵਿੱਚ ਵੱਡੀ ਪੀੜ੍ਹੀ ਦੇ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਤਾਂ ਐਰੋ ਦਾ ਨਿਸ਼ਾਨ ਉੱਤੇ ਨੂੰ ਹੋਵੇਗਾ। ਜੇਕਰ ਪੀੜ੍ਹੀ ਤੋਂ ਘੱਟ ਪੀੜ੍ਹੀ ਦੀ ਗੱਲ ਕਰਦੇ ਜਿਵੇਂ ਕਿ ਪੁੱਤਰ, ਪੋਤਾ, ਪੜਪੋਤਾ ਜੋ ਵੀ, ਤਾਂ ਉਸ ਲਈ ਹੇਠਾਂ ਨੂੰ ਚਿੰਨ੍ਹ ਵਰਤਿਆ ਜਾਵੇਗਾ। ਜਿਵੇਂ ਮੈਂ ਕਹਿੰਦਾ ਹਾਂ ਬੀ ਏ ਦਾ ਪਿਤਾ ਹੈ, ਬੀ ਏ ਦਾ ਪਿਤਾ ਹੈ ਤਾਂ ਬੀ ਪਿਤਾ ਹੋ ਗਿਆ ਅਤੇ ਏ ਬੇਟਾ ਹੋ ਗਿਆ। ਬੇਟਾ ਜਾਂ ਬੇਟੀ ਜੋ ਵੀ ਹੈ, ਇਹ ਬੀ ਏ ਦਾ ਪਿਤਾ ਹੈ ਅਤੇ ਇਹ ਬੀ ਦੀ ਬੇਟੀ ਹੈ। ਇਸ ਤਰ੍ਹਾਂ
ਜੇਕਰ ਰਿਸ਼ਤਾ ਅਸੀਂ ਵਧਾਉਂਦੇ ਏ ਤੋਂ ਪੀੜ੍ਹੀ ਦਾ ਰਿਸ਼ਤਾ ਵਧਿਆ ਹੈ ਉੱਪਰ ਨੂੰ ਤਾਂ ਇਸ ਤਰ੍ਹਾਂ ਹੋ ਜਾਏਗਾ। ਜੇ ਮੈਂ ਕਹਾਂਗਾ ਏ ਬੀ ਦੀ ਬੇਟੀ ਹੈ ਤੇ ਰਿਸ਼ਤਾ ਹੈ ਪੀੜ੍ਹੀ ਦਰ ਪੀੜ੍ਹੀ ਘਟਿਆ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ 'ਚ ਨੀਚੇ ਨੂੰ ਆਇਆ। ਜੇ ਮੈਂ ਕਹਾਂਗਾ ਏ ਡੀ ਦੀ ਪੋਤੀ ਹੈ, ਡੀ ਦੀ ਪੋਤੀ ਹੈ, ਇਹ ਲਓ ਜੀ ਬੀ ਇਹਦਾ ਪਿਤਾ ਹੈ, ਪਿਤਾ ਦਾ ਪਿਤਾ ਡੀ ਦੀ ਪੋਤੀ ਹੈ। ਇਸ ਤਰ੍ਹਾਂ ਇਹ ਰਿਸ਼ਤੇ ਵੱਧਦੇ ਹਨ। ਇਸ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਉੱਪਰ ਉਮਰ ਵਿੱਚ ਰਿਸ਼ਤਾ ਵਧੇਗਾ, ਜਿਵੇਂ ਕਿ ਏ ਦਾ ਪਿਤਾ ਬੀ, ਬੀ ਦਾ ਪਿਤਾ ਡੀ। ਇਸ ਤਰ੍ਹਾਂ ਹੇਠਾਂ ਰਿਸ਼ਤਾ ਪੀੜ੍ਹੀ ਦਰ ਪੀੜ੍ਹੀ ਘਟੇਗਾ, ਜਿਵੇਂ ਕਿ ਡੀ ਬੀ ਦਾ ਬੇਟਾ ਹੈ ਤੇ ਏ ਬੀ ਦੀ ਬੇਟੀ ਹੈ। ਦੁਬਾਰਾ ਤੋਂ ਇੱਕ ਵਾਰ ਫਿਰ ਸਮਝ ਲਓ ਜੀ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਹਾਂ। ਪੁਰਸ਼ ਲਈ ਜੋ ਅਸੀਂ ਚਿੰਨ੍ਹ ਵਰਤਾਂਗੇ ਜੀ ਉਹ ਹੈ ਜੀ ਪਲੱਸ ਦਾ ਚਿੰਨ੍ਹ, ਠੀਕ ਹੈ ਜੀ। ਔਰਤ ਲਈ ਜੋ ਚਿੰਨ੍ਹ ਵਰਤਾਂਗੇ ਉਹ ਹੈ ਜੀ ਮਾਈਨਸ ਦਾ ਚਿੰਨ੍ਹ। ਪਤੀ ਪਤਨੀ ਦੇ ਰਿਸ਼ਤੇ ਲਈ ਜੋ ਅਸੀਂ ਚਿੰਨ੍ਹ ਵਰਤਾਂਗੇ ਉਹ ਹੈ ਜਿਸ ਤਰ੍ਹਾਂ ਦੋ ਲੰਬੀਆਂ ਲਾਈਨਾਂ ਡਬਲ ਲਾਈਨਾਂ ਜੀ। ਅਤੇ ਸਮਾਨ ਉਮਰ ਦੇ ਰਿਸ਼ਤੇ ਜਿੰਨੇ ਵੀ ਹਨ, ਭੈਣ ਭਰਾ, ਜੋ ਹੋਰ ਵੀ ਚਚੇਰਾ ਮਮੇਰਾ ਭਰਾ, ਉਹਨਾਂ ਲਈ ਅਸੀਂ ਜੋ ਲਾਈਨ ਵਰਤਾਂਗੇ ਜੀ ਉਹ ਹੈ ਸਿੰਗਲ ਲਾਈਨ। ਅਤੇ ਪੀੜ੍ਹੀ ਦਰ ਪੀੜ੍ਹੀ ਜੋ ਰਿਸ਼ਤੇ ਵੱਧਦੇ ਹਨ ਉਹਨਾਂ ਲਈ ਲਾਈਨ ਵਰਤਾਂਗੇ ਸਿੱਧੀ ਲਾਈਨ ਉੱਤੇ ਨੂੰ। ਅਤੇ ਪੀੜ੍ਹੀ ਦਰ ਪੀੜ੍ਹੀ ਘਟਣ ਵਾਲੇ ਰਿਸ਼ਤੇ ਲਈ ਮਤਲਬ ਕਿ ਉਮਰ ਦੇ ਛੋਟੇ ਰਿਸ਼ਤੇ ਲਈ ਲਾਈਨ ਵਰਤਾਂਗੇ ਥੱਲੇ ਨੂੰ। ਇਸ ਚੀਜ਼ ਨੂੰ ਹੁਣ ਮੈਂ ਤੁਹਾਨੂੰ ਸਮਝਾਉਣਾ ਚਾਹਾਂਗਾ। ਜੇਕਰ ਮੈਂ ਕਹਿੰਦਾ ਹਾਂ ਏ ਅਤੇ ਬੀ ਭੈਣ ਭਾਈ ਹਨ, ਏ ਅਤੇ ਬੀ ਭੈਣ ਭਾਈ ਹਨ, ਠੀਕ ਹੈ ਜੀ। ਏ ਸੀ ਦਾ ਬੇਟਾ ਹੈ, ਹੁਣ ਸਾਨੂੰ ਸੀ ਦਾ ਜੈਂਡਰ ਕਲੀਅਰ ਹੋ ਗਿਆ। ਏ ਸੀ ਦਾ ਬੇਟਾ ਹੈ ਤਾਂ ਸੀ ਦੇ ਨਾਲ ਜੋ ਨਿਸ਼ਾਨ ਆਵੇਗਾ ਉਹ ਪਲੱਸ ਦਾ ਆਵੇਗਾ। ਏ ਅਤੇ ਬੀ ਭੈਣ ਭਾਈ ਹਨ ਤਾਂ ਬੀ ਨਾਲ ਜੋ ਨਿਸ਼ਾਨ ਆਵੇਗਾ ਉਹ ਮਾਈਨਸ ਦਾ ਆਵੇਗਾ। ਇਸ ਏ ਸੀ ਦਾ ਬੇਟਾ ਹੈ, ਠੀਕ ਹੈ ਜੀ। ਅਤੇ ਸੀ ਦੀ ਸ਼ਾਦੀ ਡੀ ਨਾਲ ਹੋਈ ਹੈ, ਸੀ ਦੀ ਸ਼ਾਦੀ ਡੀ ਨਾਲ ਹੋਈ ਹੈ। ਡੀ ਈ ਦਾ ਬੇਟਾ ਹੈ, ਇਸ ਤਰ੍ਹਾਂ ਡੀ ਦਾ ਜੈਂਡਰ ਵੀ ਕਲੀਅਰ ਹੋ ਗਿਆ। ਡੀ ਈ ਦਾ ਬੇਟਾ ਹੈ ਤਾਂ ਈ ਨਾਲ ਜੋ ਅਸੀਂ ਚਿੰਨ੍ਹ ਵਰਤਾਂਗੇ ਉਹ ਵਰਤਾਂਗੇ ਪਲੱਸ ਦਾ। ਹੁਣ ਡੀ ਅਤੇ ਸੀ ਦੇ ਵਿੱਚ ਪਤੀ ਪਤਨੀ ਦਾ ਸੰਬੰਧ ਹੈ ਤਾਂ ਸੀ ਨਾਲ ਜੋ ਚਿੰਨ੍ਹ ਆਵੇਗਾ ਮਾਈਨਸ ਦਾ। ਈ ਦਾ ਬੇਟਾ ਹੈ ਤਾਂ ਈ ਆ ਗਿਆ ਉੱਪਰ। ਈ ਅਤੇ ਐਫ ਪਤੀ ਪਤਨੀ ਹਨ, ਈ ਅਤੇ ਐਫ ਪਤੀ ਪਤਨੀ ਹਨ, ਈ ਅਤੇ ਐਫ ਪਤੀ ਪਤਨੀ ਹਨ। ਐਫ ਸੀ ਦਾ ਸਹੁਰਾ ਹੈ, ਐਫ ਸੀ ਦਾ ਸਹੁਰਾ ਹੈ ਤਾਂ ਐਫ ਨਾਲ ਪਲੱਸ ਦਾ ਨਿਸ਼ਾਨ ਆ ਜਾਵੇਗਾ ਅਤੇ ਈ ਨਾਲ ਐਟੋਮੈਟਿਕ ਮਾਈਨਸ ਦਾ ਨਿਸ਼ਾਨ ਆ ਜਾਵੇਗਾ, ਠੀਕ ਹੈ ਜੀ। ਹੁਣ ਜੇਕਰ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕਿ ਬੀ ਦਾ ਐਫ ਨਾਲ ਕੀ ਸੰਬੰਧ ਹੈ, ਇਹ ਦੇਖੋ ਜੀ ਪਹਿਲਾਂ ਪੀੜ੍ਹੀ ਦਾ ਪੀੜ੍ਹੀ ਰਿਸ਼ਤਾ ਵਧਿਆ ਮਾਤਾ ਤੱਕ, ਮਾਤਾ ਅਤੇ ਡੀ ਦਾ ਸੀ ਦਾ ਸੰਬੰਧ ਕਿਹਾ, ਡੀ ਸੀ ਦਾ ਪਤੀ ਹੈ ਅਤੇ ਐਫ ਹੈ ਜੋ ਉਹ ਡੀ ਦਾ ਪਿਤਾ ਹੈ। ਇਸ ਤਰ੍ਹਾਂ ਜੇਕਰ ਅਸੀਂ ਦੇਖਿਆ ਜਾਵੇ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਰਿਸ਼ਤਾ ਆਇਆ ਜੀ, ਠੀਕ ਹੈ ਜੀ। ਬੀ ਬੇਟੀ ਹੋ ਗਈ, ਡੀ ਬੀ ਦਾ ਪਿਤਾ ਹੋ ਗਿਆ ਜੀ ਅਤੇ ਐਫ ਡੀ ਦਾ ਪਿਤਾ ਹੋ ਗਿਆ। ਇਸ ਤਰ੍ਹਾਂ ਅਸੀਂ ਜੇਕਰ ਗੱਲ ਕਰਦੇ ਹਾਂ ਪਿਤਾ ਦਾ ਪਿਤਾ ਐਫ ਦਾਦਾ ਲੱਗਿਆ ਜੀ ਅਤੇ ਬੀ ਐਫ ਦੀ ਪੋਤੀ ਲੱਗੀ, ਠੀਕ ਹੈ ਜੀ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਮਝ ਆ ਰਿਹਾ ਹੋਵੇਗਾ ਜੋ ਮੈਂ ਕਹਿਣਾ ਚਾਹੁੰਦਾ ਹਾਂ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਬੀ ਹੈ ਜੋ ਬੀ ਦੀ ਸ਼ਾਦੀ ਜੀ ਨਾਲ ਹੋਈ ਹੈ, ਠੀਕ ਹੈ ਜੀ। ਬੀ ਅਤੇ ਜੀ ਦੀ ਇੱਕ ਸੰਤਾਨ ਹੈ ਐਚ, ਠੀਕ ਹੈ ਜੀ। ਹੁਣ ਮੈਂ ਜੇਕਰ ਪੁੱਛਦਾ ਐਚ ਦਾ ਏ ਨਾਲ ਕੀ ਸੰਬੰਧ ਹੈ, ਐਚ ਅਤੇ ਏ ਦਾ ਆਪਸ ਵਿੱਚ ਕੀ ਸੰਬੰਧ ਹੈ। ਐਚ ਬੀ ਦੀ ਬੇਟੀ ਹੈ ਅਤੇ ਬੀ ਏ ਬੀ ਦਾ ਭਾਈ ਹੈ। ਬੀ ਦਾ ਸਾਨੂੰ ਜੈਂਡਰ ਪਤਾ ਹੈ ਮਾਈਨਸ, ਮਤਲਬ ਕਿ ਬੀ ਇੱਕ ਮਹਿਲਾ ਹੈ। ਐਚ ਅਤੇ ਬੀ ਅਤੇ ਐਚ ਦਾ ਕਿਆ ਸੰਬੰਧ ਹੈ, ਪੁੱਤਰ ਜਾਂ ਮਾਤਾ ਦਾ, ਪੁੱਤਰੀ ਜਾਂ ਮਾਤਾ ਦਾ। ਜੇਕਰ ਐਚ ਪੁਰਸ਼ ਹੈ ਤਾਂ ਪੁੱਤ ਅਤੇ ਮਾਂ ਦਾ ਹੋ ਗਿਆ, ਜੇਕਰ ਐਚ ਇੱਕ ਮਹਿਲਾ ਹੈ ਤਾਂ ਬੇਟੀ ਅਤੇ ਮਾਂ ਦਾ ਹੋ ਗਿਆ ਜੀ, ਠੀਕ ਹੈ ਜੀ। ਹੁਣ ਜੇਕਰ ਮਾਂ ਦਾ ਭਾਈ ਕੀ ਲੱਗਿਆ ਮਾਮਾ, ਇਸ ਤਰ੍ਹਾਂ ਬੀ ਅਤੇ ਐਚ ਦਾ ਮਾਮੇ ਅਤੇ ਭਾਣਜੇ ਦਾ ਰਿਸ਼ਤਾ ਹੈ।
ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਬਿਲਕੁਲ ਸਮਝ ਆ ਗਿਆ ਹੋਵੇਗਾ ਜੋ ਵੀ ਮੈਂ ਕਹਿਣਾ ਚਾਹੁੰਦਾ ਹਾਂ। ਜੇਕਰ ਤੁਹਾਨੂੰ ਇਹ ਨਹੀਂ ਸਮਝ ਆਉਂਦਾ ਤਾਂ ਤੁਸੀਂ ਵੀਡੀਓ ਨੂੰ ਪਿੱਛੇ ਕਰਕੇ ਦੁਬਾਰਾ ਸਮਝੋ ਅਤੇ ਅੱਗੇ ਆਉਣ ਵਾਲੇ ਪ੍ਰੇਸ਼ਨਾਂ ਵਿੱਚ ਜਦੋਂ ਮੈਂ ਇਹ ਤੁਹਾਡੇ ਨਾਲ ਡਿਸਕਸ ਕਰਾਂਗਾ ਤਾਂ ਤੁਹਾਨੂੰ ਇਹ ਆਸਾਨੀ ਨਾਲ ਸਮਝ ਆ ਜਾਵੇਗਾ। ਚਲੋ ਸ਼ੁਰੂ ਕਰਦੇ ਹਾਂ ਆਪਾਂ ਪ੍ਰਸ਼ਨ ਨੰਬਰ 1 ਤੋਂ। ਜਿਵੇਂ ਕਿ ਆਪਣਾ ਪ੍ਰਸ਼ਨ ਨੰਬਰ 1 ਹੈ, ਇਹ ਪੂਨੀ ਅਵਨੀ ਦੀ ਬੇਟੀ ਹੈ। ਠੀਕ ਹੈ ਜੀ, ਇਹ ਲੈ ਲਈ ਆਪਾਂ ਨੇ ਪੂਨੀ ਅਵਨੀ ਦੀ ਬੇਟੀ ਹੈ। ਇਹ ਹੋ ਗਈ ਅਵਨੀ, ਪੂਨੀ ਅਵਨੀ ਦੀ ਬੇਟੀ ਹੈ ਅਤੇ ਪੂਨੀ ਨਾਲ ਆਪਣਾ ਲੱਗ ਗਿਆ ਮਾਈਨਸ ਦਾ ਨਿਸ਼ਾਨ। ਉਸ ਤੋਂ ਬਾਅਦ ਕਹਿ ਰਿਹਾ ਕਿ ਅਮਿਤ ਅਵਨੀ ਦੇ ਭਰਾ ਦਾ ਬੇਟਾ ਹੈ। ਅਵਨੀ ਦਾ ਇੱਕ ਭਰਾ ਹੈ, ਠੀਕ ਹੈ ਜੀ, ਉਸ ਦਾ ਬੇਟਾ ਅਮਿਤ ਹੈ। ਬੇਟਾ ਹੈ ਤਾਂ ਇਸ ਦੇ ਨਾਲ ਪਲੱਸ ਦਾ ਨਿਸ਼ਾਨ ਆ ਜਾਵੇਗਾ। ਠੀਕ ਹੈ ਜੀ, ਹੁਣ ਪ੍ਰਸ਼ਨ ਸਾਤੋਂ ਪੁੱਛਿਆ ਹੈ ਕਿ ਅਮਿਤ ਦੇ ਪਿਤਾ, ਯਾਨੀ ਕਿ ਅਮਿਤ ਦੇ ਪਿਤਾ ਦਾ ਪੂਨੀ ਨਾਲ ਕੀ ਸੰਬੰਧ ਹੈ। ਪੂਨੀ ਨਾਲ ਕੀ ਸੰਬੰਧ ਹੈ, ਇਹ ਸਾਤੋਂ ਪੁੱਛਿਆ ਗਿਆ ਹੈ। ਤਾਂ ਗੱਲ ਕਰੀਏ ਤਾਂ ਪੂਨੀ ਦੀ ਮਾਂ ਦਾ ਭਾਈ ਹੈ ਜਿਸ ਦੇ ਨਾਲ ਸਾਤੋਂ ਸੰਬੰਧ ਪੁੱਛਿਆ ਗਿਆ ਹੈ, ਅਤੇ ਮਾਂ ਦਾ ਭਰਾ ਕੌਣ ਹੁੰਦਾ ਹੈ, ਮਾਮਾ। ਆਪਸ਼ਨ ਬੀ ਇਹਦਾ ਸਹੀ ਆਨਸਰ ਹੋਊਗਾ, ਆਪਸ਼ਨ ਬੀ। ਦੁਬਾਰਾ ਸਮਝੋ ਜੇਕਰ ਤੁਹਾਨੂੰ ਨਹੀਂ ਸਮਝ ਆਇਆ। ਜਿਵੇਂ ਅਵਨੀ ਦੇ ਭਰਾ ਦਾ ਕੋਈ ਵੀ ਨਾਮ ਨਹੀਂ ਹੈ ਤਾਂ ਤੁਸੀਂ ਉਸ ਦੇ ਵਿੱਚ ਉਸਦੇ ਨਾਲ ਸਿੰਪਲ ਇਸ ਤਰ੍ਹਾਂ ਇੱਕ ਸਰਕਲ ਲੈ ਲੈਣਾ ਹੈ। ਜੇਕਰ ਇਸ ਦੇ ਵਿੱਚ ਇਹ ਅਵਨੀ ਦਾ ਭਰਾ ਹੈ ਤਾਂ ਮੈਂ ਪਲੱਸ ਦਾ ਚਿੰਨ੍ਹ ਵਰਤ ਲਿਆ। ਜੇਕਰ ਅਵਨੀ ਦੀ ਭੈਣ ਜਾਂ ਕੁਛ ਭੈਣ ਹੁੰਦਾ ਤਾਂ ਇਸ ਤਰ੍ਹਾਂ ਚੀਜ਼ ਦੇ ਵਿੱਚ ਮਾਈਨਸ ਦਾ ਚਿੰਨ੍ਹ ਵਰਤ ਲੈਣਾ। ਇਸ ਤਰ੍ਹਾਂ ਕਰਨ ਵਿੱਚ ਸਾਨੂੰ ਬਹੁਤ ਆਸਾਨੀ ਹੋਵੇਗੀ। ਹੁਣ ਅਸੀਂ ਵੱਧਦੇ ਆਪਣੇ ਪ੍ਰਸ਼ਨ ਨੰਬਰ 2 'ਤੇ। ਪ੍ਰਸ਼ਨ ਨੰਬਰ 2 ਹੈ, ਸੁਪ੍ਰਿਆ ਅਖਿਲ ਦੀ ਭੈਣ ਹੈ। ਸੁਪ੍ਰਿਆ, ਇਹ ਹੋ ਗਈ ਸੁਪ੍ਰਿਆ ਜੀ, ਇਹ ਅਖਿਲ ਦੀ ਭੈਣ ਹੈ। ਸੁਪ੍ਰਿਆ ਦਾ ਜੈਂਡਰ ਸਾਨੂੰ ਪਤਾ ਹੈ, ਭੈਣ ਹੈ ਤਾਂ ਮਾਈਨਸ ਦਾ ਚਿੰਨ੍ਹ ਆਵੇਗਾ। ਅਖਿਲ ਦੇ ਪਿਤਾ ਦੀ ਮਾਂ, ਇਹ ਹੋ ਗਿਆ ਜੀ ਅਖਿਲ ਦਾ ਪਿਤਾ, ਅਖਿਲ ਦੇ ਪਿਤਾ ਦੀ ਮਾਂ ਅਖਿਲ ਦੇ ਪਿਤਾ ਦੀ ਮਾਂ ਸੁਪ੍ਰਿਆ ਨਾਲ ਕਿਵੇਂ ਸੰਬੰਧਿਤ ਹੈ। ਇਹ ਦੇਖੋ ਜੀ ਰਿਸ਼ਤਾ ਪੀੜ੍ਹੀ ਦਰ ਪੀੜ੍ਹੀ ਵਧਿਆ ਹੈ। ਇਹ ਹੋ ਗਿਆ ਅਖਿਲ ਦਾ ਪਿਤਾ ਅਤੇ ਪਿਤਾ ਦੀ ਮਾਂ ਹੋ ਗਈ ਅਖਿਲ ਦੀ ਦਾਦੀ। ਇਸ ਤਰ੍ਹਾਂ ਅਖਿਲ ਅਤੇ ਸੁਪ੍ਰਿਆ ਆਪਸ ਵਿੱਚ ਭੈਣ ਭਾਈ ਹਨ। ਇਸ ਤਰ੍ਹਾਂ ਸੁਪ੍ਰਿਆ ਦੀ ਇਹ ਕੀ ਲੱਗੀ, ਦਾਦੀ। ਆਪਸ਼ਨ ਡੀ। ਹੁਣ ਅਸੀਂ ਚੱਲਦੇ ਹਾਂ ਆਪਣੇ ਪ੍ਰਸ਼ਨ ਨੰਬਰ 3 'ਤੇ। ਸੁਮਨ ਮਹੇਸ਼ ਅਤੇ ਕੁਮੇਸ਼ ਨੂੰ ਆਪਣੇ ਪੁੱਤਰ ਦੇ ਚਾਚੇ ਦੇ ਪੁੱਤਰ ਵਜੋਂ ਜਾਣੂ ਕਰਵਾਉਂਦੀ ਹੈ। ਪਹਿਲਾਂ ਆਪਾਂ ਲਵਾਂਗੇ ਸੁਮਨ, ਇਹ ਹੋ ਗਈ ਸਾਡੇ ਕੋਲ ਸੁਮਨ। ਸੁਮਨ ਮਹੇਸ਼ ਅਤੇ ਕੁਮੇਸ਼ ਨੂੰ ਆਪਣੇ ਪੁੱਤਰ, ਹੋ ਗਏ ਸੁਮਨ, ਸੁਮਨ ਦਾ ਪੁੱਤਰ, ਪੁੱਤਰ ਦੇ ਚਾਚੇ ਜਿਸ ਦੇ ਨਾਲ ਸੁਮਨ ਦਾ ਵਿਆਹ ਹੋਇਆ ਹੈ, ਉਸ ਦਾ ਭਰਾ ਸੁਮਨ ਦੇ ਚਾਚੇ ਆਪਣੇ ਪੁੱਤਰ ਦੇ ਚਾਚੇ ਦੇ ਪੁੱਤਰ ਵਜੋਂ ਜਾਣੂ ਕਰਵਾਉਂਦੀ ਹੈ। ਕਿਹਨੂੰ ਕਰਵਾਉਂਦੀ ਹੈ, ਮਹੇਸ਼ ਅਤੇ ਕੁਮੇਸ਼ ਨੂੰ। ਮਹੇਸ਼ ਅਤੇ ਕੁਮੇਸ਼, ਇਹ ਸਾਡਾ ਬਿਲਕੁਲ ਸਹੀ ਇੱਕ ਚਾਰਟ ਬਣ ਗਿਆ ਜੋ ਅਸੀਂ ਬਣਾਉਣਾ ਚਾਹੁੰਦੇ ਸਾਂ। ਦੁਬਾਰਾ ਪ੍ਰਸ਼ਨ ਸੁਣੋ। ਸੁਮਨ, ਇਹ ਹੋ ਗਈ ਸੁਮਨ, ਮਹੇਸ਼ ਅਤੇ ਕੁਮੇਸ਼ ਨੂੰ, ਇਹ ਹੋ ਗਿਆ ਮਹੇਸ਼ ਅਤੇ ਕੁਮੇਸ਼ ਨੂੰ ਆਪਣੇ ਪੁੱਤਰ ਦੇ, ਆਹ ਹੋ ਗਿਆ ਉਸਦਾ ਪੁੱਤਰ। ਠੀਕ ਹੈ ਜੀ, ਪੁੱਤਰ ਦੇ ਚਾਚੇ, ਇਹ ਹੋ ਗਿਆ ਜੀ ਚਾਚਾ, ਪਤੀ ਦਾ ਭਰਾ, ਪਿਤਾ ਦਾ ਭਰਾ ਚਾਚਾ ਹੋ ਗਿਆ ਜੀ। ਚਾਚੇ ਦੇ ਪੁੱਤਰ ਵਜੋਂ ਜਾਣੂ ਕਰਵਾਉਂਦੀ ਹੈ। ਤਾਂ ਮੁੰਡੇ ਜੋ ਇਹ ਮਹੇਸ਼ ਅਤੇ ਕੁਮੇਸ਼ ਹਨ ਕਿਵੇਂ ਸੰਬੰਧਿਤ ਹਨ, ਕੀ ਸੰਬੰਧ ਹੈ। ਮੁੰਡੇ ਸੁਮਨ ਨਾਲ ਕਿਵੇਂ ਸੰਬੰਧਿਤ ਹਨ, ਤਾਂ ਗੱਲ ਕਰੀਏ ਤਾਂ ਇਸਦਾ ਸਹੀ ਆਨਸਰ ਹੋਵੇਗਾ ਆਪਸ਼ਨ ਬੀ ਅਤੇ ਸੀ ਦੋਨੋਂ ਸਹੀ ਹਨ। ਪਰ
ਪੇਪਰ ਐਗਜ਼ਾਮ ਵਿੱਚ ਇੱਕ ਹੀ ਆਪਸ਼ਨ ਆਵੇਗੀ ਤਾਂ ਇੱਕ ਹੀ ਆਪਸ਼ਨ ਤੇ ਟਿਕ ਕਰਨਾ ਹੈ ਤੁਸੀਂ। ਅੱਗੇ ਵਧਦੇ ਹਾਂ ਆਪਾਂ ਪ੍ਰਸ਼ਨ ਅਤੇ ਸਾਦਾ ਪ੍ਰਸ਼ਨ ਹੈ ਜੀ। ਇਹ ਵਾਲੇ ਪ੍ਰਸ਼ਨ ਦੀ ਗੱਲ ਕਰਾਂਗੇ ਅਸੀਂ। ਸੁਮਨ ਮੋਹਨ ਸੁਮਨ ਦਾ ਭਰਾ ਹੈ। ਇਹ ਹੋ ਗਿਆ ਜੀ ਮੋਹਨ, ਇਹ ਹੋ ਗਈ ਸੁਮਨ। ਮੋਹਨ ਸੁਮਨ ਦਾ ਭਰਾ ਹੈ। ਮੋਹਨ ਸੁਮਨ ਦਾ ਭਰਾ ਹੈ ਤਾਂ ਪਲੱਸ ਦਾ ਨਿਸ਼ਾਨ। ਚੰਦਨ ਸੁਮਨ ਦਾ ਪਿਤਾ ਹੈ। ਚੰਦਨ, ਇਹ ਹੋ ਗਈ ਚੰਦਨ, ਪਿਤਾ ਹੈ ਤਾਂ ਪਲੱਸ ਦਾ ਨਿਸ਼ਾਨ। ਚੰਦਨ ਸੁਮਨ ਦਾ ਪਿਤਾ ਹੈ। ਸੁਸ਼ੀਲ ਚੰਦਰ, ਇਹ ਚੰਦਰ ਨਹੀਂ, ਇੱਥੇ ਤੁਸੀਂ ਚੰਦਨ ਕਰ ਲੈਣਾ ਹੈ, ਇਹ ਗਲਤ ਹੈ। ਚੰਦਨ, ਸੁਸ਼ੀਲ ਚੰਦਰ ਚੰਦਨ ਦਾ ਪਿਤਾ ਹੈ। ਇੱਕ ਸੁਸ਼ੀਲ ਹੈ, ਇਹ ਵਰਤ ਲਿਆ ਆਪਣਾ ਸੁਸ਼ੀਲ, ਇਹ ਚੰਦਨ ਦਾ ਪਿਤਾ ਹੈ। ਸੁਸ਼ੀਲ ਚੰਦਨ ਦਾ ਪਿਤਾ ਹੈ। ਪ੍ਰਵੀਨ ਸੁਸ਼ੀਲ ਦਾ ਪਿਤਾ ਹੈ। ਪ੍ਰਵੀਨ ਜੋ ਹੈ ਉਹ ਸੁਸ਼ੀਲ ਦਾ ਵੀ, ਪ੍ਰਵੀਨ ਜੋ ਹੈ ਉਹ ਸੁਸ਼ੀਲ ਦਾ ਵੀ ਪਿਤਾ ਹੈ। ਪ੍ਰਵੀਨ ਉਹ ਸੁਸ਼ੀਲ ਦਾ ਵੀ ਪਿਤਾ ਹੈ। ਇਸ ਦੇ ਨਾਲ ਹੀ ਪਲੱਸ ਦਾ ਨਿਸ਼ਾਨ ਵਰਤਾਂਗੇ। ਦੁਬਾਰਾ ਪ੍ਰਸ਼ਨ ਨੂੰ ਸਮਝੋ। ਸੁਮਨ ਮੋਹਨ ਸੁਮਨ ਦਾ ਭਰਾ ਹੈ। ਮੋਹਨ ਸੁਮਨ ਦਾ ਭਰਾ ਹੋ ਗਿਆ ਜੀ, ਠੀਕ ਹੈ। ਚੰਦਨ ਸੁਮਨ ਦਾ ਪਿਤਾ ਹੈ। ਇਹ ਚੰਦਨ ਸੁਮਨ ਦਾ ਪਿਤਾ ਹੋ ਗਿਆ ਜੀ, ਠੀਕ ਹੈ। ਸੁਸ਼ੀਲ ਚੰਦਰ ਦਾ ਪਿਤਾ ਹੈ। ਇਹ ਸੁਸ਼ੀਲ ਹੈ ਜੋ ਕਿ ਚੰਦਰ ਦਾ ਪਿਤਾ ਹੋ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਪ੍ਰਵੀਨ ਸੁਸ਼ੀਲ ਦਾ ਪਿਤਾ ਹੈ। ਇਹ ਪ੍ਰਵੀਨ ਹੋ ਗਿਆ ਸਾਡੇ ਕੋਲ ਸੁਸ਼ੀਲ ਦਾ ਪਿਤਾ ਹੈ। ਹੁਣ ਉਹ ਪੁੱਛ ਰਿਹਾ ਪ੍ਰਸ਼ਨ ਸਾਤੋਂ ਮੋਹਨ ਦਾ ਪ੍ਰਵੀਨ ਨਾਲ ਕੀ ਸੰਬੰਧ ਹੈ। ਮੋਹਨ ਦਾ ਜੈਂਡਰ ਸਾਨੂੰ ਪਤਾ ਹੈ, ਪਲੱਸ ਵਿੱਚ ਇੱਕ ਇਹ ਪੁਰਸ਼ ਹੈ। ਚੰਦਨ ਮੋਹਨ ਦਾ ਪਿਤਾ ਹੋ ਗਿਆ ਜੀ, ਠੀਕ ਹੈ ਜੀ। ਪਿਤਾ ਦਾ ਪਿਤਾ ਸੁਸ਼ੀਲ ਦਾਦਾ ਹੋ ਗਿਆ, ਸੁਸ਼ੀਲ ਦਾ ਪਿਤਾ ਪੜਦਾਦਾ ਹੋ ਗਿਆ। ਇਸ ਲਈ ਇਸਦਾ ਸਹੀ ਆਂਸਰ ਹੋਗਾ ਆਪਸ਼ਨ ਸੱਸਾ, ਪੜਦਾਦਾ। ਇਸ ਤੋਂ ਅਗਲਾ ਪ੍ਰਸ਼ਨ ਹੈ ਆਰ ਬੀ ਦਾ ਭਰਾ ਹੈ। ਆਰ ਬੀ ਦਾ ਭਰਾ ਹੈ। ਆਰ ਬੀ ਦਾ ਭਰਾ ਹੈ। ਆਰ ਆਈ ਦਾ ਪਤੀ ਹੈ। ਆਈ ਡੀ ਦੀ ਮਾਂ ਹੈ। ਡੀ ਵਾਈ ਦਾ ਭਰਾ ਹੈ। ਬੀ ਵਾਈ ਦਾ ਕੀ ਲੱਗਦਾ ਹੈ। ਦੁਬਾਰਾ ਪ੍ਰਸ਼ਨ ਪੜ੍ਹਦੇ ਹਾਂ। ਆਰ ਬੀ ਦਾ ਭਰਾ ਹੈ, ਇਹ ਹੋ ਗਿਆ ਜੀ ਆਰ ਬੀ ਦਾ ਭਰਾ ਹੈ ਤਾਂ ਆਰ ਨਾਲ ਪਲੱਸ ਦਾ ਚਿੰਨ੍ਹ ਵਰਤਿਆ ਜਾਵੇਗਾ। ਆਰ ਬੀ ਦਾ ਭਰਾ ਹੈ, ਠੀਕ ਹੈ ਜੀ। ਆਰ ਆਈ ਦਾ ਪਤੀ ਹੈ। ਆਰ ਅੱਗੇ ਆਈ ਦਾ ਵੀ ਪਤੀ ਹੈ। ਆਰ ਆਈ ਦਾ ਪਤੀ ਹੈ। ਆਈ ਡੀ ਦੀ ਮਾਂ ਹੈ, ਇਹਨਾਂ ਦੀ ਇੱਕ ਸੰਤਾਨ ਹੈ, ਡੀ ਦੀ ਮਾਂ ਹੈ। ਆਈ ਡੀ ਦੀ ਮਾਂ ਹੈ। ਡੀ ਵਾਈ ਦਾ ਭਰਾ ਹੈ। ਡੀ ਵਾਈ ਦਾ ਭਰਾ ਹੈ, ਡੀ ਦਾ ਪਲੱਸ, ਡੀ ਵਾਈ ਦਾ ਭਰਾ ਹੈ। ਬੀ ਵਾਈ ਨਾਲ ਕਿਵੇਂ ਸੰਬੰਧਿਤ ਹੈ। ਸਾਨੂੰ ਆਰ ਅਤੇ ਆਈ ਵਿਚਕਾਰ ਰਿਸ਼ਤਾ ਪਤਾ ਲੱਗ ਗਿਆ। ਆਰ ਅਤੇ ਵਾਈ ਵਿਚਕਾਰ ਕੀ ਰਿਸ਼ਤਾ ਹੈ, ਇਹ ਪਿਤਾ ਆਰ ਹੈ ਜੋ ਵਾਈ ਦਾ ਪਿਤਾ ਲੱਗੇਗਾ। ਕਿਵੇਂ ਲੱਗੇਗਾ, ਇਹ ਆਰ ਹੋ ਗਿਆ ਜੀ, ਇਸਦਾ ਜੈਂਡਰ ਪੁਰਸ਼ ਹੈ ਤੇ ਇਸਦਾ ਪੀੜ੍ਹੀ ਦਰ ਪੀੜ੍ਹੀ ਵਧਿਆ ਹੈ, ਇਹ ਵਾਈ ਹੋ ਗਿਆ ਜੀ, ਠੀਕ ਹੈ ਜੀ। ਇਹ ਰਿਸ਼ਤਾ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਜਾਣ ਤੇ ਰਿਸ਼ਤਾ ਵੱਧਦਾ ਹੈ। ਹੁਣ ਦੇਖੋ ਜੀ, ਇਹ ਸਾਤੋਂ ਪ੍ਰਸ਼ਨ ਪੁੱਛਿਆ ਜਾ ਰਿਹਾ ਕਿ ਬੀ ਵਾਈ ਦਾ ਕੀ ਲੱਗਦਾ ਹੈ। ਆਰ ਅਤੇ ਬੀ ਦਾ ਕੀ ਸੰਬੰਧ ਹੈ, ਭੈਣ ਭਾਈ ਦਾ। ਬੀ ਵਾਈ ਦਾ ਕੀ ਲੱਗਦਾ ਹੈ ਤਾਂ ਇਹਦਾ ਸਹੀ ਆਂਸਰ ਹੋਗਾ ਆਪਸ਼ਨ ਆੜਾ, ਚਾਚਾ।
ਪ੍ਰਸ਼ਨ ਅਸੀਂ ਕਰਦੇ ਹਾਂ ਅਗਲਾ ਪ੍ਰਸ਼ਨ ਹੈ ਸਾਡੇ ਕੋਲ। ਇੱਕ ਪੁਰਸ਼ ਦੀ ਪਹਿਚਾਣ ਕਰਾਉਂਦੇ ਹੋਏ ਇੱਕ ਔਰਤ ਕਹਿੰਦੀ ਹੈ, ਇਹਨਾਂ ਦੀ ਪਤਨੀ ਮੇਰੇ ਪਿਤਾ ਦੀ ਇਕਲੌਤੀ ਪੁੱਤਰੀ ਹੈ, ਤਾਂ ਉਹ ਵਿਅਕਤੀ ਉਸ ਔਰਤ ਦਾ ਕੀ ਲੱਗਦਾ ਹੈ? ਦੁਬਾਰਾ ਪ੍ਰਸ਼ਨ ਪੜ੍ਹੋ। ਇੱਕ ਪੁਰਸ਼ ਦੀ ਪਹਿਚਾਣ ਕਰਾਉਂਦੇ ਹੋਏ ਇੱਕ ਔਰਤ ਕਹਿੰਦੀ ਹੈ, ਕੀ ਕਹਿੰਦੀ ਹੈ? ਕਿ ਇਹਨਾਂ ਦੀ ਪਤਨੀ, ਜੋ ਪੁਰਸ਼ ਹੈ ਉਸ ਦੀ ਪਤਨੀ ਮੇਰੇ ਪਿਤਾ ਦੀ ਇਕਲੌਤੀ ਪੁੱਤਰੀ ਹੈ, ਤਾਂ ਉਹ ਵਿਅਕਤੀ ਉਸ ਔਰਤ ਦਾ ਕੀ ਲੱਗਦਾ ਹੈ? ਇਹ ਪ੍ਰਸ਼ਨ ਕਰਨ ਤੋਂ ਪਹਿਲਾਂ ਤੁਸੀਂ ਹਮੇਸ਼ਾ ਜੋ ਚਾਰਟ ਬਣਾਉਣਾ ਉਹਦੀ ਪਹਿਚਾਣ ਉਸ ਤੋਂ ਸ਼ੁਰੂ ਕਰਨੀ ਹੈ ਜੋ ਕਹਿ ਰਿਹਾ ਹੈ। ਜਿਵੇਂ ਇੱਕ ਪੁਰਸ਼ ਦੀ ਪਛਾਣ ਕਰਨ ਇੱਕ ਔਰਤ ਕਹਿੰਦੀ ਹੈ, ਕੀ ਕਹਿੰਦੀ ਹੈ? ਇਹ ਬਣ ਗਈ ਉਹ ਔਰਤ ਕਹਿੰਦੀ ਹੈ ਮੇਰੇ ਪਿਤਾ ਦੀ ਇਕਲੌਤੀ ਪੁੱਤਰੀ ਹੈ। ਇਹ ਔਰਤ ਦਾ ਇੱਕ ਪਿਤਾ ਹੋ ਗਿਆ ਪਲੱਸ ਦਾ ਨਿਸ਼ਾਨ, ਇਕਲੌਤੀ ਪੁੱਤਰੀ ਹੈ ਤਾਂ ਉਹ ਔਰਤ ਖੁਦ ਹੋ ਗਈ, ਪਿਤਾ ਦੀ ਇਕਲੌਤੀ ਖੁਦ ਹੋ ਗਈ। ਹੁਣ ਇਸਦਾ ਉਸ ਪੁਰਸ਼ ਨਾਲ ਕੀ, ਇਹਨਾਂ ਦੀ ਪਤਨੀ, ਜਿਸ ਪੁਰਸ਼ ਨਾਲ ਗੱਲ ਕਰ ਰਹੇ ਇਹਨਾਂ ਦੀ ਪਤਨੀ, ਜਿਸ ਪੁਰਸ਼ ਨਾਲ ਗੱਲ ਕਰ ਰਹੀ ਉਹ ਪੁਰਸ਼ ਇਹ ਹੋ ਗਿਆ। ਉਹਨੂੰ ਸਾਤੋਂ ਪੁੱਛ ਰਹੇ ਨੇ ਪ੍ਰਸ਼ਨ ਵਿੱਚ ਕਿ ਤਾਂ ਉਹ ਵਿਅਕਤੀ ਜਾਂ ਉਹ ਪੁਰਸ਼ ਉਸ ਔਰਤ ਨਾਲ ਕਿਵੇਂ ਸੰਬੰਧਿਤ ਹੈ, ਉਹਨਾਂ ਵਿਚਕਾਰ ਕੀ ਰਿਸ਼ਤਾ ਹੈ? ਇਹ ਡਬਲ ਲਾਈਨ ਆ ਗਈ ਅਤੇ ਇਹਨਾਂ ਵਿਚਕਾਰ ਕੀ ਰਿਸ਼ਤਾ ਹੈ? ਤਾਂ ਪਤੀ ਪਤਨੀ ਦਾ ਰਿਸ਼ਤਾ ਹੈ। ਆਪਸ਼ਨ ਈ ਪਤੀ ਲੱਗੇਗਾ ਇਹ। ਠੀਕ ਹੈ ਜੀ। ਇਸ ਤੋਂ ਅਗਲਾ ਅਸੀਂ ਪ੍ਰਸ਼ਨ ਕਰਦੇ ਹਾਂ, ਜੇਕਰ ਖੱਖੇ ਦਾ ਭਰਾ ਪ੍ਰਸ਼ਨ ਦਿੱਤਾ ਹੈ ਚੱਚਾ, ਇੱਥੇ ਤੁਸੀਂ ਚੱਚਾ ਵਰਤਣਾ ਜਿੱਥੇ ਖੱਖਾ ਲਿਖਿਆ ਹੋਇਆ ਹੈ, ਇਹ ਵਾਲੀ ਜਗ੍ਹਾ ਤੇ ਚੱਚਾ। ਠੀਕ ਹੈ ਜੀ। ਖੱਖਾ ਚੱਚੇ ਦਾ ਭਰਾ ਹੈ, ਇਹ ਹੋਗਾ ਸਾਡੇ ਕੋਲ ਖੱਖਾ ਚੱਚੇ ਦਾ ਭਰਾ ਹੈ, ਇਹ ਚੱਚਾ। ਖੱਖਾ ਚੱਚੇ ਦਾ ਭਰਾ ਹੈ, ਕੱਕਾ ਗੱਗੇ ਦਾ ਪਤੀ ਹੈ, ਘੱਗਾ ਗੱਗੇ ਦਾ ਬੇਟਾ ਹੈ, ਚੱਚਾ ਘੱਗੇ ਦਾ ਭਰਾ ਹੈ। ਚੱਚਾ ਹੈ ਜੋ ਘੱਗੇ ਦਾ, ਚੱਚਾ ਵੀ ਘੱਗੇ ਦਾ ਭਰਾ ਹੈ, ਚੱਚਾ ਘੱਗੇ ਦਾ ਭਰਾ ਹੈ। ਠੀਕ ਹੈ ਜੀ। ਘੱਗਾ ਹੈ ਉਹ ਗੱਗੇ ਦਾ ਬੇਟਾ ਹੈ, ਪ੍ਰਸ਼ਨ ਵਿੱਚ ਲਿਖਿਆ ਹੋਇਆ ਘੱਗਾ ਹੈ ਉਹ ਗੱਗੇ ਦਾ ਬੇਟਾ ਹੈ। ਘੱਗੇ ਦੇ ਨਾਲ ਵੀ ਪਲੱਸ ਦਾ ਚਿੰਨ੍ਹ ਲੱਗੇਗਾ। ਜੋ ਕੱਕਾ ਹੈ ਉਹ ਗੱਗੇ ਦਾ ਪਤੀ ਹੈ, ਕੱਕਾ ਗੱਗੇ ਦਾ ਪਤੀ ਹੈ ਤਾਂ ਇਹਨਾਂ ਵਿਚਕਾਰ ਡਬਲ ਐਨ, ਇਹ ਪਲੱਸ ਦਾ ਇਹ ਮਾਈਨਸ ਨਿਸ਼ਾਨ ਆ ਜਾਏਗਾ। ਕੱਕਾ ਪਤੀ ਹੈ ਤੇ ਗੱਗਾ ਪਤਨੀ ਹੈ। ਦੁਬਾਰਾ ਦੇਖੋ, ਇਹ ਸਾਰੀ ਸਟੇਟਮੈਂਟ ਬਿਲਕੁਲ ਸਹੀ ਬੈਠ ਰਹੀ ਹੈ। ਜੇਕਰ ਖੱਖਾ ਚੱਚੇ ਦਾ ਭਰਾ ਹੈ, ਠੀਕ ਹੈ ਜੀ, ਖੱਖਾ ਚੱਚੇ ਦਾ ਭਰਾ ਹੈ ਬਿਲਕੁਲ ਸਹੀ ਹੈ। ਕੱਕਾ ਗੱਗੇ ਦਾ ਪਤੀ ਹੈ, ਕੱਕਾ ਗੱਗੇ ਦਾ ਪਤੀ ਹੋ ਗਿਆ ਇਹ ਵੀ ਸਹੀ ਹੈ। ਘੱਗਾ ਗੱਗੇ ਦਾ ਬੇਟਾ ਹੈ, ਘੱਗਾ ਗੱਗੇ ਦਾ ਬੇਟਾ ਹੋ ਗਿਆ ਇਹ ਵੀ ਸਹੀ ਹੈ। ਉਸ ਤੋਂ ਬਾਅਦ ਕਹਿ ਰਿਹਾ ਚੱਚਾ ਘੱਗੇ ਦਾ ਭਰਾ ਹੈ, ਚੱਚਾ ਘੱਗੇ ਦਾ ਭਰਾ ਹੈ ਵੀ ਬਿਲਕੁਲ ਸਹੀ ਹੈ। ਤਾਂ ਖੱਖਾ ਚੱਚੇ ਦਾ ਕੀ ਲੱਗਦਾ ਹੈ? ਖੱਖਾ ਚੱਚੇ ਦਾ ਕੀ ਲੱਗਦਾ ਹੈ? ਤਾਂ ਖੱਖਾ ਚੱਚੇ ਦਾ ਕੀ ਲੱਗਦਾ ਹੈ? ਭਰਾ। ਖੱਖਾ ਚੱਚੇ ਦਾ ਭਰਾ ਹੈ, ਖੱਖਾ ਚੱਚੇ ਦਾ ਭਰਾ ਹੈ। ਇਹ ਤਾਂ ਸੇਮ ਕੁਐਸਚਨ ਇਸ ਵਿੱਚ ਪੁੱਛਿਆ ਗਿਆ, ਤੁਸੀਂ ਪ੍ਰਸ਼ਨ ਬਦਲੋ। ਇਸਦਾ ਪ੍ਰਸ਼ਨ ਮੈਂ ਤੁਹਾਨੂੰ ਦੱਸਦਾ ਹਾਂ। ਇਸਦਾ ਪ੍ਰਸ਼ਨ ਹੋਵੇਗਾ, ਇਹਦਾ ਪ੍ਰਸ਼ਨ ਹੈ ਕਿ ਕੱਕਾ ਚੱਚੇ ਦਾ ਕੀ ਲੱਗਦਾ ਹੈ? ਚੱਚਾ ਕੱਕੇ ਦਾ ਕੀ ਲੱਗਦਾ ਹੈ? ਚੱਚੇ ਅਤੇ ਕੱਕੇ ਵਿਚਕਾਰ ਅਸੀਂ ਰਿਸ਼ਤਾ ਦੱਸਣਾ ਹੈ। ਤਾਂ ਚੱਚਾ ਕੱਕੇ ਦਾ ਕੀ ਲੱਗੇਗਾ? ਪੁੱਤਰ। ਠੀਕ ਹੈ। ਜੇ ਮੈਂ ਪੁੱਛਦਾ ਹਾਂ ਖੱਖਾ ਕੀ ਲੱਗੇਗਾ? ਖੱਖਾ ਵੀ ਪੁੱਤਰ ਲੱਗੇਗਾ, ਕੱਕਾ ਵੀ ਪੁੱਤਰ ਲੱਗੇਗਾ। ਇਹ ਪ੍ਰਸ਼ਨ ਮਿਸਪ੍ਰਿੰਟ ਹੈ, ਗਲਤ ਹੈ ਪ੍ਰਸ਼ਨ ਇਹ ਵਾਲਾ। ਠੀਕ ਹੈ ਜੀ। ਤੁਹਾਨੂੰ ਇਹ ਚਾਰਟ ਬਣਾਉਣਾ ਚਾਹੀਦਾ ਹੈ ਬਿਲਕੁਲ। ਜੇਕਰ ਤੁਸੀਂ ਇਹ ਚਾਰਟ ਸਹੀ ਬਣਾ ਲੈਂਦੇ ਹੋ ਤਾਂ ਇਸ ਵਿੱਚ ਜੋ ਵੀ ਪ੍ਰਸ਼ਨ ਪੁੱਛਿਆ ਗਿਆ ਹੋਗਾ ਤੁਸੀਂ ਉਸ ਨੂੰ ਆਸਾਨੀ ਨਾਲ ਕਰ ਸਕੋਗੇ। ਜੇਕਰ ਮੈਂ ਪੁੱਛ ਲਵਾਂਗਾ ਕੱਕੇ ਦਾ ਘੱਗੇ ਨਾਲ ਕੀ ਸੰਬੰਧ ਹੈ ਤਾਂ ਕੱਕਾ ਘੱਗੇ ਦਾ ਪਿਤਾ ਲੱਗੇਗਾ।
ਹੁਣ ਅਸੀਂ ਵੱਧਦੇ ਆਪਣੇ ਅਗਲੇ ਪ੍ਰਸ਼ਨ ਵੱਲ। ਏ ਤੇ ਬੀ ਭਰਾ ਭਰਾ, ਸੀ ਤੇ ਡੀ ਦੋਵੇਂ ਭੈਣਾਂ ਹਨ। ਇੱਕ ਮਿੰਟ ਇਹਨੂੰ ਮਿਟਾਉਣ ਦਿਓ। ਇਹ ਵਾਲਾ ਪ੍ਰਸ਼ਨ ਅਸੀਂ ਹੁਣ ਕਰਨ ਲੱਗੇ ਹਾਂ। ਏ ਤੇ ਬੀ ਭਰਾ ਭਰਾ, ਸੀ ਤੇ ਡੀ ਦੋਵੇਂ ਭੈਣਾਂ। ਜੇਕਰ ਏ ਡੀ ਦਾ ਭਰਾ ਹੈ ਤਾਂ ਬੀ ਅਤੇ ਸੀ ਵਿੱਚ ਕੀ ਸੰਬੰਧ ਹੈ? ਤੁਸੀਂ ਪੂਰੀ ਸਟੇਟਮੈਂਟ ਨੂੰ ਪਹਿਲਾਂ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ। ਏ ਤੇ ਬੀ ਭਰਾ ਭਰਾ ਹਨ, ਇਹ ਹੋ ਗਿਆ ਏ ਤੇ ਬੀ ਭਰਾ ਭਰਾ ਹਨ ਦੋਵੇਂ, ਤੇ ਪਲੱਸ ਦਾ ਨਿਸ਼ਾਨ ਆ ਜਾਵੇਗਾ। ਸੀ ਤੇ ਡੀ ਦੋਵੇਂ ਭੈਣਾਂ ਹਨ, ਪਰ ਸੀ ਤੇ ਡੀ ਦਾ ਏ ਬੀ ਦੋਨਾਂ ਨਾਲ ਕੋਈ ਵੀ ਸੰਬੰਧ ਨਹੀਂ, ਇਸ ਲਈ ਪ੍ਰਸ਼ਨ ਵਿੱਚ ਅਸੀਂ ਅੱਗੇ ਵਧਾਂਗੇ। ਅੱਗੇ ਪ੍ਰਸ਼ਨ ਵਿੱਚ ਲਿਖਿਆ ਹੋਇਆ ਕਿ ਜੇਕਰ ਏ ਦਾ ਮੁੰਡਾ ਡੀ, ਜੇਕਰ ਏ ਦਾ ਮੁੰਡਾ ਡੀ ਦਾ ਭਰਾ ਹੈ, ਏ ਦਾ ਮੁੰਡਾ ਡੀ ਦਾ ਭਰਾ ਹੈ। ਡੀ ਅਤੇ ਸੀ ਦੋਵੇਂ ਭੈਣਾਂ ਹਨ, ਜਿਵੇਂ ਕਿ ਇੱਥੇ ਲਿਖਿਆ ਹੋਇਆ ਡੀ ਅਤੇ ਸੀ ਅਤੇ ਡੀ ਦੋਵੇਂ ਭੈਣਾਂ ਹਨ, ਇਹਨਾਂ ਨਾਲ ਲੱਗੇਗਾ ਮਾਈਨਸ ਦਾ ਨਿਸ਼ਾਨ। ਹੁਣ ਪ੍ਰਸ਼ਨ ਵਿੱਚ ਸਭ ਤੋਂ ਪੁੱਛਿਆ ਜਾ ਰਿਹਾ ਕਿ ਬੀ ਅਤੇ ਸੀ ਵਿੱਚ ਕੀ ਸੰਬੰਧ ਹੈ? ਬੀ ਅਤੇ ਸੀ ਵਿੱਚ ਕੀ ਸੰਬੰਧ ਹੈ? ਇਹ ਪ੍ਰਸ਼ਨ ਸਭ ਤੋਂ ਪੁੱਛਿਆ ਜਾ ਰਿਹਾ। ਬੀ ਅਤੇ ਸੀ ਵਿੱਚ ਕੀ ਸੰਬੰਧ ਹੈ? ਏ ਅਤੇ ਸੀ ਵਿੱਚ ਕੀ ਸੰਬੰਧ ਹੈ? ਏ ਸੀ ਦਾ ਬੇਟਾ ਹੋ ਜਾ, ਸੀ ਏ ਦੀ ਪੁੱਤਰੀ ਹੋ ਜਾਵੇਗੀ, ਤੇ ਬੀ ਏ ਦਾ ਭਰਾ ਹੈ। ਜਾਣੀ ਕਿ ਏ ਹੈ ਉਹ ਸੀ ਦਾ ਪਿਤਾ ਹੈ, ਪਿਤਾ ਦਾ ਭਰਾ ਚਾਚਾ। ਆਪਸ਼ਨ ਸੱਸਾ ਇਸਦਾ ਬਿਲਕੁਲ ਸਹੀ ਆਨਸਰ ਹੈ। ਹੁਣ ਅਸੀਂ ਵੱਧਦੇ ਹਾਂ ਆਪਣੇ ਅਗਲੇ ਪ੍ਰਸ਼ਨ ਵੱਲ। ਇੱਕ ਪੁਰਸ਼ ਅਤੇ ਇੱਕ ਔਰਤ ਕਿਸੇ ਇੱਕ ਕਮਰੇ ਵਿੱਚ ਬੈਠੇ ਹਨ। ਇੱਕ ਪੁਰਸ਼ ਦੀ ਸੱਸ ਅਤੇ ਉਸ ਔਰਤ ਦੀ ਸੱਸ ਆਪਸ ਵਿੱਚ ਮਾਂ ਅਤੇ ਧੀ ਹਨ। ਜੋ ਪੁਰਸ਼ ਦੀ ਸੱਸ ਹੈ ਉਹ ਮਾਂ ਹੈ, ਅਤੇ ਜੋ ਔਰਤ ਦੀ ਸੱਸ ਹੈ ਉਹ ਉਸ ਮਾਂ ਦੀ ਧੀ ਹਨ, ਤਾਂ ਉਹ ਵਿਅਕਤੀ ਉਸ ਔਰਤ ਦਾ ਨਾਲ ਕੀ ਸੰਬੰਧ ਹੈ? ਇਹ ਸਭ ਤੋਂ ਪੁੱਛਿਆ ਜਾ ਰਿਹਾ ਹੈ। ਤਾਂ ਕਰਦੇ ਹਾਂ ਇਸ ਪ੍ਰਸ਼ਨ ਨੂੰ। ਪਹਿਲਾਂ ਅਸੀਂ ਬਣਾਵਾਂਗੇ ਉਸ ਪੁਰਸ਼ ਦੀ ਸੱਸ ਅਤੇ ਉਸ ਔਰਤ ਦੀ ਸੱਸ ਆਪਸ ਵਿੱਚ ਮਾਂ ਅਤੇ ਧੀ ਹਨ। ਇਹ ਹੋ ਗਈ ਉਸ ਪੁਰਸ਼ ਦੀ ਸੱਸ, ਇਹ ਹੋ ਗਈ ਉਸ ਔਰਤ ਦੀ ਸੱਸ। ਠੀਕ ਹੈ ਜੀ, ਪੁਰਸ਼ ਦੀ ਸੱਸ ਹੈ ਤਾਂ ਇੱਕ ਮਿੰਟ, ਇਹ ਗਲਤ ਹੋ ਗਿਆ, ਤੇ ਮਾਈਨਸ ਦਾ ਨਿਸ਼ਾਨ ਆਊਗਾ। ਇਹ ਹੋ ਗਈ ਉਸ ਪੁਰਸ਼ ਦੀ ਸੱਸ, ਕਿਉਂਕਿ ਇਹ ਮਾਂ ਹੈ, ਗਲਤ ਹੋ ਗਿਆ ਫਿਰ ਤੋਂ। ਇਹ ਹੋ ਗਈ ਜੀ ਉਸ ਪੁਰਸ਼ ਦੀ ਸੱਸ, ਤੇ ਮਾਈਨਸ ਦਾ ਨਿਸ਼ਾਨ। ਇਹ ਹੋ ਗਈ ਜੀ ਉਸ ਔਰਤ ਦੀ ਸੱਸ। ਜੇਕਰ ਪੁਰਸ਼ ਦੀ ਸੱਸ ਹੈ ਤਾਂ ਇਸ ਦੀ ਇੱਕ ਪੁੱਤਰੀ ਹੋਵੇਗੀ, ਮੰਨ ਲਓ ਉਹ ਪੁੱਤਰੀ ਇਹੀ ਹੈ, ਅਤੇ ਇਸ ਦਾ ਇੱਕ ਪਤੀ ਹੋਵੇਗਾ, ਇਹ ਹੋ ਗਿਆ ਪਤੀ। ਆ ਹੋ ਗਿਆ ਪੁਰਸ਼, ਇਹ ਪੁਰਸ਼ ਖੁਦ ਹੀ ਹੋ ਗਿਆ ਜਿਸ ਦੀ ਗੱਲ ਕਰ ਰਹੇ ਹਨ, ਜੋ ਉਸ ਕਮਰੇ ਵਿੱਚ ਬੈਠਾ ਹੋਇਆ। ਉਸ ਪੁਰਸ਼ ਦੀ ਸੱਸ ਅਤੇ ਉਸ ਔਰਤ ਦੀ ਸੱਸ ਆਪਸ ਵਿੱਚ ਮਾਂ ਅਤੇ ਧੀ ਹਨ। ਇੱਕ ਪੁਰਸ਼ ਅਤੇ ਇੱਕ ਔਰਤ ਕਿਸੇ, ਇਹ ਵਾਲੀ ਜੋ ਔਰਤ ਹੈ ਇਹ ਉਸ ਔਰਤ ਦੀ ਸੱਸ ਹੈ, ਉਸ ਔਰਤ ਦੀ ਸੱਸ ਹੈ, ਮਤਲਬ ਕਿ ਇਸ ਔਰਤ ਦਾ ਇੱਕ ਬੇਟਾ ਹੈ, ਉਸਦੀ ਉਹ ਬਹੂ ਹੈ। ਠੀਕ ਹੈ ਜੀ, ਇਸ ਤਰ੍ਹਾਂ ਸਾਨੂੰ ਇਸ ਪ੍ਰਸ਼ਨ ਤੋਂ ਸਮਝ ਆ ਰਿਹਾ ਕਿ ਇਹ ਦੋਨੋਂ ਹੀ ਕਮਰੇ ਵਿੱਚ ਬੈਠੇ ਹੋਏ ਹਨ, ਇਹ ਦੋਨੋਂ ਹੀ ਕਮਰੇ ਵਿੱਚ ਬੈਠੇ ਹੋਏ ਹਨ। ਬਿਲਕੁਲ ਸਟੇਟਮੈਂਟ ਸਹੀ ਬੈਠੇਗੀ। ਦੁਬਾਰਾ ਸਟੇਟਮੈਂਟ ਨੂੰ ਪੜ੍ਹੋ। ਇੱਕ ਪੁਰਸ਼ ਅਤੇ ਔਰਤ ਇੱਕ ਕਮਰੇ ਵਿੱਚ ਬੈਠੇ ਹੋਏ ਹਨ, ਇਹ ਪੁਰਸ਼ ਤੇ ਇਹ ਔਰਤ ਇੱਕ ਕਮਰੇ ਵਿੱਚ ਬੈਠੇ ਹੋਏ ਹਨ। ਠੀਕ ਹੈ ਜੀ, ਉਸ ਪੁਰਸ਼ ਦੀ ਸੱਸ, ਇਹ ਹੋ ਗਈ ਉਸ ਪੁਰਸ਼ ਦੀ ਸੱਸ। ਠੀਕ ਹੈ ਜੀ, ਅਤੇ ਉਸ ਔਰਤ ਦੀ ਸੱਸ, ਆਹ ਹੋ ਗਈ ਉਸ ਔਰਤ ਦੀ ਸੱਸ, ਆਪਸ ਵਿੱਚ ਮਾਂ ਅਤੇ ਧੀ ਹਨ, ਮਾਂ ਅਤੇ ਧੀ ਹਨ, ਬਿਲਕੁਲ ਸਹੀ। ਤਾਂ ਮਾਂ ਅਤੇ ਧੀ ਹਨ, ਤਾਂ ਉਹ ਵਿਅਕਤੀ ਉਸ ਔਰਤ ਦਾ ਕੀ ਲੱਗਾ? ਇਹ ਹੋ ਗਿਆ ਉਹ ਵਿਅਕਤੀ ਜਿਹਦੀ ਗੱਲ ਕਰਦੇ ਹੈ। ਇਹਨਾਂ ਦੋਨਾਂ ਵਿਚਕਾਰ ਕੀ ਸੰਬੰਧ ਹੈ? ਇਹਨਾਂ ਦੋਨਾਂ ਵਿਚਕਾਰ
ਇਹ ਵਾਲਾ ਪੁਰਸ਼ ਹੈ ਜੋ ਇਸ ਦਾ ਬੇਟਾ ਲੱਗੇਗਾ, ਬੇਟੇ ਦੀ ਘਰ ਵਾਲੀ ਨੂੰਹ ਲੱਗੇਗੀ, ਤਾਂ ਇਹ ਇਸ ਦਾ ਪਿਤਾ ਆਪਸ਼ਨ ਵਾਲਾ ਪਿਤਾ ਵੀ ਕਹਿ ਸਕਦੇ ਹਾਂ ਜਾਂ ਸਹੁਰਾ ਵੀ ਕਹਿ ਸਕਦੇ ਹਾਂ। ਪਿਤਾ ਜਾਂ ਸਹੁਰਾ ਲੱਗੇਗਾ, ਸਹੁਰਾ इसका सही आंसर होगा सहुरा, तो वह व्यक्ति सहुरा लगेगा। ਹੁਣ ਅਸੀਂ ਚੱਲਦੇ ਹਾਂ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਇੱਕ ਪੁਰਸ਼ ਦੀ ਮੂਰਤੀ ਦੇਖ ਕੇ ਸੰਜੇ ਨੇ ਕਿਹਾ, ਕੀ ਕਿਹਾ? ਇਸ ਦੀ ਮਾਂ ਮੇਰੇ ਪਿਤਾ ਦੇ ਪੁੱਤਰ ਦੀ ਪਤਨੀ ਹੈ। ਪਹਿਲਾਂ ਜੋ ਬੋਲ ਰਿਹਾ ਹੈ ਉਹ ਪੁਰਸ਼ ਹੈ। ਕਿਸੇ ਪੁਰਸ਼ ਦੀ ਮੂਰਤੀ ਦੇਖ ਕੇ ਸੰਜੇ ਨੇ ਕਿਹਾ, ਮੰਨ ਲਓ ਇਹ ਹੈਗਾ ਜੀ ਸੰਜੇ, ਜਿਸ ਦੀ ਉਹ ਗੱਲ ਕਰ ਰਿਹਾ। ਮੇਰੇ ਪਿਤਾ ਯਾਨੀ ਕਿ ਸੰਜੇ ਦੇ ਪਿਤਾ ਦੇ ਪੁੱਤਰ ਦੀ ਪਤਨੀ ਹੈ। ਇਸ ਦੀ ਮਾਂ ਮੇਰੇ ਪਿਤਾ ਦੇ ਪੁੱਤਰ ਦੀ ਪਤਨੀ ਹੈ। ਮੇਰਾ ਕੋਈ ਭੈਣ ਭਰਾ ਨਹੀਂ ਹੈ। ਕਿ ਸੰਜੇ ਮੇਰਾ ਕੋਈ ਭੈਣ ਭਰਾ ਨਹੀਂ ਹੈ। ਇਸ ਤਰ੍ਹਾਂ ਸਾਨੂੰ ਸੰਜੇ ਦਾ ਵੀ ਜੈਂਡਰ ਕਲੀਅਰ ਹੋ ਗਿਆ। ਉਹਦਾ ਹੋਰ ਕੋਈ ਭੈਣ ਭਰਾ ਨਹੀਂ ਹੈ। ਸੰਜੇ ਖੁਦ ਹੈ, ਪੁੱਤਰ ਦੀ ਪਤਨੀ ਹੈ। ਇਹ ਹੋ ਗਈ ਪਤਨੀ ਜਿਸ ਦੀ ਉਹ ਗੱਲ ਕਰ ਰਿਹਾ। ਮੇਰੇ ਪਿਤਾ ਦੇ ਪੁੱਤਰ ਦੀ ਪਤਨੀ ਹੈ, ਮੇਰਾ ਕੋਈ ਭੈਣ ਭਰਾ ਨਹੀਂ ਹੈ, ਤਾਂ ਸੰਜੇ ਖੁਦ ਇਹ ਖੁਦ ਹੋ ਗਿਆ। ਇਸ ਦੀ ਮਾਂ ਮੇਰੇ ਪਿਤਾ ਦੇ ਪੁੱਤਰ ਦੀ ਪਤਨੀ ਹੈ। ਮੇਰੇ ਪਿਤਾ ਦੇ ਪੁੱਤਰ ਦੀ ਪਤਨੀ ਹੈ, ਮੇਰਾ ਕੋਈ ਭੈਣ ਭਰਾ ਨਹੀਂ ਹੈ। ਤਾਂ ਸੰਜੇ ਕਿਸ ਦੀ ਮੂਰਤੀ ਦੇਖ ਰਿਹਾ ਸੀ? ਮੇਰੇ ਪਿਤਾ ਦੇ ਪੁੱਤਰ ਸੰਜੇ ਗੋਦਵੇ ਦੀ ਪਤਨੀ ਹੈ। ਇਸ ਦੀ ਮਾਂ ਯਾਨੀ ਕਿ ਇਹ ਹੋ ਗਈ ਉਹ ਫੋਟੋ ਜਿਸ ਦੀ ਉਹ ਗੱਲ ਕਰ ਰਿਹਾ। ਦੁਬਾਰਾ ਫਿਰ ਸਮਝੋ, ਕਿਸੇ ਪੁਰਸ਼ ਦੀ, ਇਹਦਾ ਸਾਨੂੰ ਪਤਾ ਹੈ ਕਿ ਪੁਰਸ਼ ਹੈ। ਕਿਸੇ ਪੁਰਸ਼ ਦੀ ਮੂਰਤੀ ਦੇਖ ਕੇ ਸੰਜੇ ਨੇ ਕਿਹਾ, ਇਸ ਦੀ ਮੂਰਤੀ ਦੇਖੀ ਸੰਜੇ ਨੇ ਤੇ ਕਿਹਾ, ਇਸ ਦੀ ਮਾਂ, ਇਹ ਹੋ ਗਈ ਮਾਂ, ਮੇਰੇ ਪਿਤਾ ਸੰਜੇ ਦੇ ਪਿਤਾ ਦੇ ਪੁੱਤਰ, ਸੰਜੇ ਇਕੱਲਾ ਹੈ ਕਿਉਂਕਿ ਉਸਦਾ ਕੋਈ ਹੋਰ ਭੈਣ ਭਰਾ ਨਹੀਂ ਹੈ, ਦੀ ਪਤਨੀ ਹੈ। ਇਹ ਹੋ ਗਈ ਪਤਨੀ। ਇਹਨਾਂ ਦੋਨਾਂ ਵਿਚਕਾਰ ਜਿਸ ਨਾਲ ਰਿਸ਼ਤਾ ਦੱਸ ਰਿਹਾ, ਮਾਂ ਤੇ ਪੁੱਤਰ ਰਿਸ਼ਤਾ ਹੋ ਗਿਆ। ਇਸ ਤਰ੍ਹਾਂ ਹੁਣ ਸਾਤੋਂ ਪੁੱਛਿਆ ਜਾ ਰਿਹਾ ਕਿ ਸੰਜੇ ਇਸ ਦੀ ਮੂਰਤੀ ਦੇਖ ਰਿਹਾ ਸੀ। ਸੰਜੇ ਦੇਖ ਰਿਹਾ ਸੀ ਆਪਣੇ ਪੁੱਤਰ ਦੀ ਮੂਰਤੀ। ਆਪਣੇ ਪੁੱਤਰ ਦੀ ਮੂਰਤੀ ਆਪਸ਼ਨ ਉਹਦਾ ਇਸ ਦਾ ਸਹੀ ਆਂਸਰ ਹੋਵੇਗਾ। ਹੁਣ ਸਾਡੇ ਤੋਂ ਅਗਲਾ ਪ੍ਰਸ਼ਨ ਪੁੱਛਿਆ ਜਾ ਰਿਹਾ ਹੈ ਕਿ ਦੀਪਕ ਨੇ ਨਿਤਨ ਨੂੰ ਕਿਹਾ, ਉਹ ਲੜਕਾ ਜੋ ਫੁੱਟਬਾਲ ਖੇਡ ਰਿਹਾ ਹੈ ਮੇਰੇ ਪਿਤਾ ਦੀ ਪਤਨੀ ਦੀ ਪੁੱਤਰੀ ਦਾ ਛੋਟਾ ਬੇਟਾ ਹੈ, ਤਾਂ ਉਹ ਲੜਕਾ ਦੀਪਕ ਦਾ ਕੀ ਲੱਗਦਾ ਹੈ? ਛੋਟਾ ਬੇਟਾ ਮਤਲਬ ਕਿ ਉਸਦਾ ਕੋਈ ਵੱਡਾ ਬੇਟਾ ਵੀ ਹੋਵੇਗਾ। ਇਸ ਤਰ੍ਹਾਂ ਤੁਸੀਂ ਜੋ ਵੀ ਹਿੰਟ ਹੁੰਦਾ ਪ੍ਰਸ਼ਨ ਵਿੱਚ ਉਸਨੂੰ ਧਿਆਨ ਨਾਲ ਸਮਝਣਾ ਹੈ। ਕਰਦੇ ਹਾਂ ਆਪਾਂ ਇਸ ਪ੍ਰਸ਼ਨ ਨੂੰ। ਇੱਕ ਔਰਤ ਵੱਲ ਇਸ਼ਾਰਾ ਕਰਦੇ ਹੋਏ ਇੱਕ ਪੁਰਸ਼ ਨੇ ਕਿਹਾ, ਸੋਰੀ ਪਹਿਲਾਂ ਇਹ ਵਾਲਾ ਪ੍ਰਸ਼ਨ ਕਰਦੇ ਹਾਂ। ਦੀਪਕ ਨੇ ਨਿਤਨ ਨੂੰ ਕਿਹਾ, ਇਹ ਹੋ ਗਈ ਦੀਪਕ। ਪਹਿਲਾਂ ਜੋ ਕਹਿ ਰਿਹਾ ਉਸ ਦਾ ਰਿਸ਼ਤੇ ਚ ਬਣਾਵਾਂਗੇ ਕਿ ਉਹ ਕੀ ਕਹਿ ਰਿਹਾ। ਮੇਰੇ ਪਿਤਾ, ਦੀਪਕ ਦਾ ਪਿਤਾ, ਮੇਰੇ ਪਿਤਾ ਦੀ ਪਤਨੀ, ਦੀਪਕ ਦੀ ਮਾਂ, ਮੇਰੇ ਪਿਤਾ ਦੀ ਪਤਨੀ ਦੀ ਪੁੱਤਰੀ ਇਹ ਹੋ ਗਈ ਪੁੱਤਰੀ। ਮੇਰੇ ਪਿਤਾ ਦੀ ਪਤਨੀ ਦੀ ਪੁੱਤਰੀ ਦਾ ਛੋਟਾ ਬੇਟਾ, ਇਹਦਾ ਬੇਟਾ, ਤਾਂ ਉਹ ਲੜਕਾ ਦੀਪਕ ਦਾ ਕੀ ਲੱਗਦਾ ਹੈ?
ਤਾਂ ਉਹ ਲੜਕਾ ਦੀਪਕ ਦਾ ਕੀ ਲੱਗਦਾ ਹੈ। ਇਹ ਲੜਕਾ ਦੀਪਕ ਦਾ ਕੀ ਲੱਗਦਾ ਹੈ। ਇਹ ਦੋਨੋਂ ਆਪਸ ਵਿੱਚ ਭੈਣ ਭਰਾ ਹਨ। ਠੀਕ ਹੈ ਜੀ। ਭੈਣ ਦਾ ਲੜਕਾ ਕੀ ਲੱਗੂਗਾ, ਭਾਣਜਾ। ਜੇਕਰ ਦੀਪਕ ਇੱਕ ਮਹਿਲਾ ਹੈ ਤਾਂ ਵੀ ਉਹ ਭਾਣਜਾ ਲੱਗੇਗਾ, ਇੱਕ ਪੁਰਸ਼ ਹੈ ਤਾਂ ਵੀ ਉਹ ਭਾਣਜਾ ਲੱਗੇਗਾ। ਤੁਸੀਂ ਦੀਪਕ ਤੋਂ, ਜੇਕਰ ਤੁਹਾਨੂੰ ਲੱਗ ਰਿਹਾ ਕਿ ਦੀਪਕ ਇੱਕ ਲੜਕੇ ਦਾ ਨਾਂ ਹੈ, ਪਰ ਇਹਦੇ ਵਿੱਚ ਕਿਤੇ ਵੀ ਕਲੀਅਰ ਨਹੀਂ ਹੈ ਕਿ ਇਹ ਲੜਕਾ ਹੀ ਹੈ। ਬੇਸ਼ੱਕ ਇਹ ਪ੍ਰਸ਼ਨ ਸਾਡਾ ਸਹੀ ਹੋ ਰਿਹਾ ਹੈ, ਪਰ ਤੁਸੀਂ ਆਪਣੇ ਕੋਲ ਤੋਂ ਅੱਗੇ ਤੋਂ ਨਹੀਂ ਮੰਨ ਲੈਣਾ ਜਦੋਂ ਕਿ ਪੂਰੀ ਤਰ੍ਹਾਂ ਅਸੀਂ ਸਹਿਮਤ ਨਹੀਂ ਹੋ ਜਾਂਦੇ ਸਟੇਟਮੈਂਟ ਤੋਂ ਕਿ ਇਹ ਲੜਕਾ ਹੀ ਹੈ। ਇਸ ਲਈ ਜੋ ਇਸ ਪ੍ਰਸ਼ਨ ਵਿੱਚ ਪੁੱਛਿਆ ਜਾ ਰਿਹਾ ਉਸਦਾ ਤਾਂ ਸਹੀ ਆਂਸਰ ਹੋਗਾ ਆਪਸ਼ਨ ਆੜਾ, ਭਾਣਜਾ। ਇੱਕ ਔਰਤ ਵੱਲ ਇਸ਼ਾਰਾ ਕਰਦੇ ਹੋਏ ਇੱਕ ਪੁਰਸ਼ ਨੇ ਕਿਹਾ, ਉਹ ਮੇਰੇ ਪਿਤਾ ਦੀ ਮਾਂ ਦੀ ਇਕਲੌਤੀ ਨੂੰਹ ਹੈ। ਇੱਕ ਮਿੰਟ, ਇਹਨੂੰ ਮਟੇਣ ਦਿਓ, ਕੀ ਕਹਿ ਰਹੇ ਆ। ਇਕਲੌਤੀ ਨੂੰਹ, ਇਸ ਤਰ੍ਹਾਂ ਦੀ ਸਟੇਟਮੈਂਟ 'ਤੇ ਤੁਸੀਂ ਖਾਸ ਧਿਆਨ ਦੇਣਾ ਹੈ। ਇਕਲੌਤੀ ਨੂੰਹ, ਇਕਲੌਤੀ ਭੈਣ, ਇਕਲੌਤਾ ਭਰਾ, ਇਕਲੌਤਾ ਬੇਟਾ, ਇਕਲੌਤੀ ਨੂੰਹ। ਇੱਕ ਮਿੰਟ ਪੜ੍ਹਦੇ ਹਾਂ। ਇੱਕ ਔਰਤ ਵੱਲ ਇਸ਼ਾਰਾ ਕਰਦੇ ਹੋਏ ਇੱਕ ਪੁਰਸ਼ ਨੇ ਕਿਹਾ, ਇਹ ਹੋ ਗਿਆ ਉਹ ਪੁਰਸ਼। ਉਹ ਮੇਰੇ ਪਿਤਾ ਦੀ ਮਾਂ, ਉਹ ਮੇਰੇ ਪਿਤਾ ਦੀ ਮਾਂ, ਇਹ ਹੋ ਗਿਆ ਜੀ ਉਸਦਾ ਪਿਤਾ ਦੀ ਮਾਂ, ਮੇਰੇ ਪਿਤਾ ਦੀ ਮਾਂ ਦੀ ਇਕਲੌਤੀ ਪੁੱਤਰੀ, ਇਸ ਦੀ ਭੈਣ, ਇਕਲੌਤੀ ਪੁੱਤਰੀ, ਮੇਰੇ ਪਿਤਾ ਦੀ ਮਾਂ ਦੀ ਇਕਲੌਤੀ ਨੂੰਹ, ਸੌਰੀ ਇਕਲੌਤੀ ਪੁੱਤਰੀ ਨਹੀਂ, ਇਕਲੌਤੀ ਨੂੰਹ। ਇਕਲੌਤੀ ਨੂੰਹ ਦਾ ਮਤਲਬ ਕਿ ਇਹ ਇਕਲੌਤਾ ਹੈ, ਇਕਲੌਤੀ ਔਲਾਦ ਹੈ। ਤਾਂ ਉਹ ਮਹਿਲਾ ਕਿਸ ਪ੍ਰਕਾਰ ਪੁਰਸ਼ ਨਾਲ ਸੰਬੰਧਿਤ ਹੈ। ਇਹਨਾਂ ਦੋਨਾਂ ਵਿਚਕਾਰ ਸਭ ਤੋਂ ਸੰਬੰਧ ਪੁੱਛਿਆ ਜਾ ਰਿਹਾ ਹੈ। ਇਹ ਤਾਂ ਜੀ ਹੋ ਗਿਆ ਇਸਦਾ ਪਿਤਾ, ਇਸ ਤਰ੍ਹਾਂ ਇਹ ਲੱਗੇਗੀ ਇਸਦੀ ਮਾਤਾ। ਆਪਸ਼ਨ ਸੱਸਾ ਇਸਦਾ ਬਿਲਕੁਲ ਸਹੀ ਆਂਸਰ ਹੋਵੇਗਾ। ਇੱਥੇ ਤੁਸੀਂ ਕਿ ਇੱਕ ਪੀੜ੍ਹੀ ਵਿੱਚ ਇਹ ਪਲਾਸ, ਇਹ ਦੋਨੇ ਪਤੀ ਪਤਨੀ ਹੋ ਗਏ। ਜੇਕਰ ਇਹ ਪਿਤਾ ਹੈ ਤਾਂ ਇਹ ਮਾਤਾ ਹੈ। ਆਪਸ਼ਨ ਸੱਸਾ ਇਸਦਾ ਬਿਲਕੁਲ ਸਹੀ ਆਂਸਰ ਹੋਵੇਗਾ। ਹੁਣ ਅਸੀਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਕਹਿ ਰਿਹਾ ਹੈ ਸਾਨੂੰ, 22 ਇੱਕ ਪੁਰਸ਼ ਹੈ ਅਤੇ x 22 ਦਾ ਭਰਾ ਹੈ। 22 ਇੱਕ ਪੁਰਸ਼ ਹੈ, ਠੀਕ ਹੈ ਜੀ। ਇਹ ਹੋਗਾ 22 ਇੱਕ ਪੁਰਸ਼ ਹੈ ਅਤੇ x 22 ਦਾ ਭਰਾ ਹੈ। x ਤੇ ਵੀ ਅਸੀਂ ਪਲੱਸ ਦਾ ਨਿਸ਼ਾਨ, x ਅਤੇ 22 ਦੋਵੇਂ ਭਰਾ ਹੋ ਗਏ। m x ਦੀ ਭੈਣ ਹੈ, ਇਹਨਾਂ ਦੀ ਇੱਕ ਭੈਣ ਹੈ m, 22 ਦੀ ਵੀ ਭੈਣ ਲੱਗੇਗੀ ਤੇ x ਦੀ ਵੀ ਉਹ ਭੈਣ ਹੀ ਲੱਗੇਗੀ। n r ਦਾ ਭਰਾ ਹੈ, n ਬਾਰੇ ਸਾਨੂੰ ਕੁਛ ਨਹੀਂ ਪਤਾ ਤੱਕ, ਅੱਗੇ ਚੱਲਦੇ ਹਾਂ। r y ਦੀ ਪੁੱਤਰੀ ਹੈ, r y ਦੀ ਪੁੱਤਰੀ ਹੋ ਗਈ ਤੇ ਇੱਥੇ ਲਿਖੋ n ਹੈ ਜੋ r ਦਾ ਭਾਈ ਹੈ। ਇਹ ਹੋ ਗਿਆ n, r ਦਾ ਭਾਈ ਹੈ ਤਾਂ ਪਲੱਸ ਦਾ ਨਿਸ਼ਾਨ। ਉਹਨੂੰ ਪੁੱਛ ਰਿਹਾ ਸਾਡੇ ਤੋਂ ਪ੍ਰਸ਼ਨ, ਤਾਂ ਦੱਸੋ ਕਿ n ਦਾ x ਕੀ ਲੱਗਦਾ ਹੈ। x 22 ਹੀ ਲੱਗੇਗਾ ਇਹਨਾਂ ਦਾ ਪਿਤਾ, ਕਿਉਂਕਿ ਇਸ ਤਰ੍ਹਾਂ ਇਹ ਰਿਸ਼ਤੇ ਵੱਧ ਰਹੇ ਹਨ। ਇਹ ਪਿਤਾ ਹੋ ਜਾਊਗਾ, ਪਿਤਾ ਦਾ ਭਰਾ ਕੀ ਲੱਗੂਗਾ, ਚਾਚਾ। 22 ਪਿਤਾ ਹੈ ਅਤੇ x ਪਿਤਾ ਦਾ ਭਰਾ ਹੈ, ਤਾਂ ਸਾਡੇ ਤੋਂ ਪੁੱਛ ਰਿਹਾ ਹੈ ਕਿ n ਦਾ x ਕੀ ਲੱਗੇਗਾ, ਚਾਚਾ। ਆਪਸ਼ਨ ਊੜਾ ਇਸਦਾ ਸਹੀ ਆਂਸਰ ਹੋਵੇਗਾ। ਵੱਧਦੇ ਹਾਂ ਆਪਣੇ ਅਗਲੇ। ਇੱਕ ਔਰਤ ਇੱਕ ਪੁਰਸ਼ ਇੱਕ ਬੱਸ ਵਿੱਚ ਯਾਤਰਾ ਕਰ ਰਹੀ ਸੀ। ਇੱਕ ਯਾਤਰੀ ਉਹਨਾਂ ਤੋਂ ਰਿਸ਼ਤਾ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸ ਪੁਰਸ਼ ਦੀ ਸੱਸ ਤੇ ਮੇਰੀ ਸੱਸ ਆਪਸ ਵਿੱਚ ਮਾਂ ਅਤੇ ਬੇਟੀ ਹਨ, ਤਾਂ ਉਹਨਾਂ ਦਾ ਰਿਸ਼ਤਾ ਕੀ ਬਣਿਆ। ਇਹ ਪਿਛਲੇ ਪ੍ਰਸ਼ਨ ਦੀ ਤਰ੍ਹਾਂ ਹੈ ਜਿਸ ਤਰ੍ਹਾਂ ਅਸੀਂ ਇਹ ਪ੍ਰਸ਼ਨ ਕੀਤਾ ਸੀ, ਇਹ ਵਾਲਾ ਇਸਦਾ ਹੀ ਰਿਪੀਟਡ ਪ੍ਰਸ਼ਨ ਆ। ਉਹ ਤੁਸੀਂ ਖੁਦ ਕਰਨਾ ਅਤੇ ਖੁਦ ਕਰਨ ਦੀ ਟਰਾਈ ਕਰਨਾ। ਹੁਣ ਅਸੀਂ ਚੱਲਦੇ ਹਾਂ ਆਪਣੇ ਅਗਲੇ ਪ੍ਰਸ਼ਨ 'ਤੇ। ਇਸ ਤਰ੍ਹਾਂ ਦੇ ਪ੍ਰਸ਼ਨ ਵੀ ਪੇਪਰ ਵਿੱਚ ਬਹੁਤ ਪੁੱਛੇ ਜਾਂਦੇ ਹਨ, ਪਲੱਸ ਮਾਈਨਸ ਵਾਲੇ। ਤੁਹਾਨੂੰ ਪਲੱਸ ਮਾਈਨਸ ਤੋਂ ਇਲਾਵਾ ਵੀ ਹੋਰ ਸਾਰੇ ਚਿੰਨ੍ਹ ਹੋ ਸਕਦੇ ਨੇ। ਤੁਸੀਂ ਇੱਕ ਵਾਰ ਜੇਕਰ ਸਮਝ ਗਏ ਤਾਂ ਤੁਹਾਡੇ ਲਈ ਬਹੁਤ ਹੀ ਆਸਾਨ ਹੋ ਜਾਵੇਗਾ। ਤਾਂ ਅਸੀਂ ਚੱਲਦੇ ਹਾਂ ਇਸ ਪ੍ਰਸ਼ਨ 'ਤੇ। ਇਹ ਪ੍ਰਸ਼ਨ ਕੀ ਕਹਿ ਰਿਹਾ, ਇਹ ਪ੍ਰਸ਼ਨ ਕਹਿ ਰਿਹਾ ਕਿ
ਜੇਕਰ ਇੱਕ ਮਿੰਟ ਥੋੜਾ ਜ਼ੂਮ ਕਰ ਲੈਂਦੇ ਹਾਂ। ਜੇਕਰ A ਭਾਗ B ਦਾ ਅਰਥ ਹੈ ਕਿ A B ਦਾ ਪਿਤਾ ਹੈ। ਤੁਸੀਂ ਇਸ ਤਰ੍ਹਾਂ ਦੇ ਪ੍ਰਸ਼ਨ ਨੂੰ ਇਸ ਤਰ੍ਹਾਂ ਲਿਖ ਲੈਣਾ ਪਹਿਲਾਂ, A ਭਾਗ B ਉਸ A B ਦਾ ਪਿਤਾ ਹੈ। ਇਹ ਹੈ ਜੋ ਪਿਤਾ ਕਿਸ ਦਾ, B ਦਾ। ਠੀਕ ਹੈ ਜੀ। ਉਸ ਤੋਂ ਬਾਅਦ ਹੱਥੋਂ ਕਹਿ ਰਿਹਾ ਜੀ ਉਹ A ਗੁਣਾ B, ਇਹ ਹੋ ਗਿਆ A ਗੁਣਾ B। ਇਸ ਦਾ ਅਰਥ ਕੀ ਹੈ? ਇਸ ਦਾ ਅਰਥ ਹੈ ਜੀ ਸਾਡੇ ਕੋਲ A B ਦੀ ਮਾਂ ਹੈ, A ਮਾਂ ਹੈ B ਦੀ, ਅਤੇ ਬਾਕੀ ਵੀ A ਮਾਈਨਸ B ਦਾ ਮਤਲਬ ਹੈ A B ਦਾ ਦਾਦਾ ਹੈ, ਇਹ ਦਾਦਾ ਹੈ B ਦਾ। ਠੀਕ ਹੈ ਜੀ। ਉਸ ਤੋਂ ਬਾਅਦ ਸਾਡੇ ਤੋਂ ਪੁੱਛ ਰਿਹਾ ਹੈ A ਪਲੱਸ B, ਇਹ ਰਹਿ ਗਿਆ A ਪਲੱਸ B ਵਾਲਾ, A ਪਲੱਸ B ਵੀ ਇਸ ਵਿੱਚ ਦਿੱਤਾ ਹੋਇਆ ਹੈ। A ਪਲੱਸ B ਦਾ ਅਰਥ ਕੀ ਹੈ ਕਿ A B ਦੀ ਭੈਣ ਹੈ, A B ਦੀ ਭੈਣ ਹੈ, A B ਦੀ ਭੈਣ ਹੈ। ਠੀਕ ਹੈ ਜੀ। ਤੁਸੀਂ ਇਸ ਤਰ੍ਹਾਂ ਸਟੇਟਮੈਂਟ ਨੂੰ ਧਿਆਨ ਨਾਲ ਪੜ੍ਹਨਾ। ਇਸ ਤਰ੍ਹਾਂ ਤੁਸੀਂ ਲਿਖ ਰਿਹਾ, ਪੂਰਾ ਲਿਖ ਲਿਆ ਜੀ, ਇਹ ਵੀ ਲਿਖ ਲਿਆ ਅਤੇ ਇਹ ਵੀ ਲਿਖ ਲਿਆ। ਇਸ ਵਿੱਚ ਤੁਸੀਂ ਦੇਖ ਰਹੇ ਹੋਗੇ ਕਿ ਅੱਗੇ ਵਾਲੇ ਦਾ ਪਿੱਛੇ ਵਾਲਾ ਸੰਬੰਧ ਹੈ। ਜਿਵੇਂ A B ਦਾ, A ਭਾਗ B, A ਪਿਤਾ ਹੈ B ਦਾ, A ਗੁਣਾ B, A ਮਾਂ ਹੈ B ਦੀ। ਅੱਗੇ ਵਾਲੇ ਦਾ ਪਿੱਛੇ ਵਾਲੇ ਨਾਲ ਸੰਬੰਧ ਹੈ ਸਾਰਿਆਂ ਵਿੱਚ। A ਮਾਂ ਹੈ B ਦੀ, A ਮਾਈਨਸ B A ਦਾ ਹੈ, ਇਹ ਦਾਦਾ ਹੈ B ਦਾ, A ਮਾਈਨਸ B ਇਹ ਦਾਦਾ ਹੈ B ਦਾ, ਇਹ ਦਾਦਾ ਹੈ B ਦਾ। ਇਸ ਤਰ੍ਹਾਂ ਤੁਸੀਂ ਸਿਰਫ ਇੱਕ ਗੱਲ ਇਸ ਵਿੱਚ ਸਮਝਣੀ ਹੈ ਕਿ ਜਿਵੇਂ A ਮਾਈਨਸ B ਦਿੱਤਾ ਹੋਇਆ ਤਾਂ ਇਸਦਾ ਮਤਲਬ ਕਿ ਇਹ ਦਾਦਾ ਹੈ B ਦਾ। ਕਿ ਜੋ ਵੀ ਅੱਗੇ ਵਾਲੇ ਹਨ ਉਹਨਾਂ ਦਾ ਸੰਬੰਧ ਹੈ ਪਿਛਲੇ ਵਾਲਿਆਂ ਨਾਲ। ਹੁਣ ਅਸੀਂ ਗੱਲ ਕਰਦੇ ਹਾਂ ਪ੍ਰਸ਼ਨ ਸਾਡੇ ਤੋਂ ਕੀ ਪੁੱਛਿਆ ਜਾ ਰਿਹਾ। ਪ੍ਰਸ਼ਨ ਪੁੱਛਿਆ ਜਾ ਰਿਹਾ ਕਿ ਤਾਂ ਦੱਸੋ ਇਹਨਾਂ ਵਿੱਚੋਂ ਕਿਸ ਦਾ ਅਰਥ ਇਹ ਹੋਵੇਗਾ ਕਿ M N ਦਾ ਪੋਤਾ ਹੈ, M N ਦਾ ਪੋਤਾ ਹੈ। ਇੱਕ ਮਿੰਟ ਕਰਾਉਂਦੇ ਹਾਂ ਤੁਹਾਨੂੰ ਇਹ ਪ੍ਰਸ਼ਨ ਵੀ। ਇਸ ਤਰ੍ਹਾਂ ਦੀ ਸਟੇਟਮੈਂਟ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ, ਬਿਲਕੁਲ ਧਿਆਨ ਨਾਲ ਪੜ੍ਹਨਾ ਇਸ ਤਰ੍ਹਾਂ ਦੀ ਸਟੇਟਮੈਂਟ ਨੂੰ। M N ਦਾ ਪੋਤਾ ਹੈ, N ਪੋਤਾ ਹੈ M ਦਾ, ਤਾਂ ਇਹ ਆ ਗਿਆ N। ਇੱਥੇ ਇੱਕ ਪਿਤਾ ਆ ਗਿਆ, ਪਿਤਾ ਦਾ ਪਿਤਾ M ਹੋ ਜਾਵੇਗਾ। ਹੁਣ ਅਸੀਂ ਦੇਖਦੇ ਹਾਂ ਆਪਣਾ ਪਹਿਲਾ ਆਪਸ਼ਨ ਊੜਾ। ਇਸ ਵਿੱਚ ਦਿੱਤਾ ਹੋਇਆ M ਮਾਈਨਸ O ਪਲੱਸ N। M ਮਾਈਨਸ ਵਿੱਚ ਕੀ ਦਿੱਤਾ ਹੋਇਆ ਕਿ M ਮਾਈਨਸ ਦਾ ਅਰਥ ਹੈ ਕਿ M ਦਾਦਾ ਹੈ O ਦਾ। ਇਹ ਤਾਂ ਗਲਤ ਹੋ ਗਿਆ, O ਦਾ ਦਾਦਾ ਹੈ N ਦਾ ਤਾਂ ਨਹੀਂ, ਤਾਂ ਪਹਿਲਾ ਤਾਂ ਗਲਤ। ਦੂਜਾ ਸਾਡੇ ਤੋਂ ਪੁੱਛ ਰਿਹਾ ਹੈ M ਪਲੱਸ N ਗੁਣਾ O। ਦਾਦੇ ਵਾਲੇ ਚਿੰਨ੍ਹ ਲਈ ਮਾਈਨਸ ਆਉਣਾ ਜ਼ਰੂਰੀ ਹੈ, ਅਤੇ ਈੜੀ ਵਿੱਚ ਜੋ ਮਾਈਨਸ ਤਾਂ ਹੈ ਹੀ ਨਹੀਂ, ਤਾਂ ਈੜੀ ਦਾ ਆਟੋਮੈਟਿਕ ਹੀ ਆਪਣੇ ਆਪ ਹੀ ਗਲਤ ਹੋ ਗਿਆ। ਅਤੇ ਊੜਾ ਵੀ ਸਹੀ ਹੋ ਸਕਦਾ ਸੀ, ਪਰੰਤੂ ਜਦੋਂ M, ਇੱਕ ਮਿੰਟ ਕਰਦੇ ਹਾਂ, M O ਦਾ ਦਾਦਾ ਹੈ, ਇਹ ਹੋ ਗਿਆ O ਦਾ ਦਾਦਾ ਹੈ ਤਾਂ ਅਤੇ ਉਹਦਾ ਪਿਤਾ ਦਾ ਪਿਤਾ M। ਉਸ ਤੋਂ ਬਾਅਦ ਇਹ ਹੈ O, N ਗੁਣਾ O, N ਗੁਣਾ O ਮਾਤਾ ਹੈ O ਪਲੱਸ N।
प्लस एन का अर्थ है ए बी की भैन है, ओ है जो साढ़े को ओ एन की भैन है। तो ऑप्शन ऊड़ा बिल्कुल सही है। दोबारा इस प्रश्न को समझो, ये की कहना चाह रहा है। एक मिनट थोड़ा दोबारा रिपीट कराते हैं प्रश्न। ये सानू कह रहा है कि एम माइनस ओ जो ऑप्शन ए या ऑप्शन ऊड़ा है, एम माइनस ओ, माइनस का अर्थ है कि एम दिता हुआ है माइनस, ए वाला दिता हुआ माइनस, एम माइनस का अर्थ है कि एम ओ का दादा है, एम का एक पुत्र है, एम ओ का दादा है, एम ओ का दादा है, ओ प्लस एन, ओ एन की भैन है। प्लस वाले विच दिता हुआ ये हो गया प्लस वाला। ਹੁਣ ਉਹ ਪੁੱਛ ਰਿਹਾ ਕਿ ਇਹਨਾਂ ਵਿੱਚੋਂ ਐਮ ਐਨ ਦਾ ਪੌਦਾ ਕਿਸ ਸਟੇਟਮੈਂਟ ਵਿੱਚ ਹੋਵੇਗਾ। ਇਹ ਪ੍ਰਸ਼ਨ ਸਾਡੇ ਤੋਂ ਪੁੱਛੇ ਤਾਂ ਸਟੇਟਮੈਂਟ ਊੜਾ ਬਿਲਕੁਲ ਸਹੀ ਆਨਸਰ ਹੋਵੇਗਾ। ਹੁਣ ਅਸੀਂ ਚੱਲਦੇ ਅਗਲਾ ਪ੍ਰਸ਼ਨ ਹੈ ਕਿ ਇੱਕ ਔਰਤ ਬਾਰੇ ਦੱਸਦੇ ਇੱਕ ਆਦਮੀ ਨੇ ਕਿਹਾ, ਉਸਦੀ ਮਾਂ ਦੇ ਪਤੀ ਦੀ ਭੈਣ ਮੇਰੀ ਚਾਚੀ ਹੈ, ਦੱਸੋ ਕਿ ਉਹ ਆਦਮੀ ਉਸ ਔਰਤ ਨਾਲ ਕਿਵੇਂ ਸੰਬੰਧਿਤ ਹੈ। ਕਰਾਂਗੇ ਕਿਉਂਕਿ ਅਸੀਂ ਤਾਂ ਉਹ ਕੀ ਕਹਿ ਰਿਹਾ ਕਿ मेरी चाची है। एक औरत बारे दसते हुए एक आदमी ने कहा कि उसके माँ के पति की भैन मेरी चाची है। ये हो गया जी वो आदमी भरा दी पत्नी चाची। हुण ये औरत कौन है? ये उस औरत की माँ दी पति, माँ का पति मतलब पिता की भैन, पिता की भैन है। तो ये लो जी, ये हो गई वो औरत। ये जो है बिल्कुल सही है। बोले कि दोनों का ਹੁਣ ਅਸੀਂ ਚੈੱਕ ਕਰਾਂਗੇ ਇਸ ਪੁਆਇੰਟ 'ਤੇ ਇਹ ਦੋਨੇ ਸਹੀ ਹੋ ਰਹੇ ਹਨ। ਪਹਿਲਾਂ ਅਸੀਂ ਲੈ ਕੇ ਆਉਂਦੇ ਨੇ ਇੱਕ ਉਸ ਪੋਸਟ ਵੱਲ ਤੋਂ ਰਿਸ਼ਤਾ, ਉਸ ਪੋਸਟ ਦੀ ਇਹ ਚਾਚੀ ਲੱਗੇਗੀ, ਬਿਲਕੁਲ ਸਹੀ ਆ। ਪਿਤਾ ਹੋ ਪਤਨੀ, ਆਪਸ ਵਿੱਚ ਪਤੀ ਪਤਨੀ ਦਾ ਰਿਸ਼ਤਾ ਹੋ ਗਿਆ। ਹੁਣ ਅਸੀਂ ਲੈ ਕੇ ਚੱਲਦੇ ਹਾਂ ਰਿਸ਼ਤਾ ਜੋ ਸੰਬੰਧ ਹੈ ਉਸ ਔਰਤ ਵੱਲ ਤੋਂ ਜਿਸਦੀ ਉਹ ਗੱਲ ਕਰ ਰਿਹਾ। ਆਹ ਉਸ ਔਰਤ ਦੀ ਮਾਂ ਦਾ ਪਤੀ, ਉਸ ਔਰਤ ਦੀ ਮਾਂ ਦਾ ਪਤੀ ਮਤਲਬ ਉਸਦਾ ਪਿਤਾ ਦੀ ਭੈਣ, ਬਿਲਕੁਲ ਸਹੀ ਹੈ। ਉਹ ਪੁੱਛ ਰਿਹਾ ਹੈ ਸਾਡੇ ਤੋਂ, ਤਾਂ ਦੱਸੋ ਕਿ ਉਹ ਆਦਮੀ ਤੇ ਉਸ ਔਰਤ ਨਾਲ ਕਿਵੇਂ ਸੰਬੰਧਿਤ ਹੈ। ਇਹਨਾਂ ਦੋਨਾਂ ਵਿਚਕਾਰ ਕੀ ਸੰਬੰਧ ਹੈ? ਭਰਾਵਾਂ ਦਾ। ਤੇ ਇਹਨਾਂ ਦੋਨਾਂ ਵਿਚਕਾਰ ਕੀ ਸੰਬੰਧ ਹੋਵੇਗਾ? ਚਚੇਰੇ ਭੈਣ ਭਰਾ ਦਾ। ਚਚੇਰੇ ਭੈਣ ਭਰਾ ਦਾ, ਜੋ ਕਿ ਇਹਨਾਂ ਵਿੱਚੋਂ ਕਿਸੇ ਵੀ ਆਪਸ਼ਨ ਵਿੱਚ ਨਹੀਂ ਹੈ। ਚਚੇਰੇ ਭੈਣ ਭਰਾ ਜਾਂ ਕਜ਼ਨ ਵੀ ਅਸੀਂ ਕਹਿ ਸਕਦੇ ਹਾਂ। ਕਜ਼ਨ, ਬ੍ਰਦਰ, ਸਿਸਟਰ ਦੋਨੋਂ ਹੀ ਇੰਕਲੂਡ ਹੋ ਜਾਂਦੇ ਹਨ। ਤਾਂ ਇਹਦਾ ਸਹੀ ਆਪਸ਼ਨ ਹੋਵੇਗਾ ਚਚੇਰੇ ਭੈਣ ਭਰਾ ਜਾਂ ਜੋ ਵੀ ਅਸੀਂ ਭੈਣ ਜਾਂ ਭਰਾ ਦਾ ਸਹੀ ਆਨਸਰ ਹੋਵੇਗਾ। ਹੁਣ ਅਸੀਂ ਚੱਲਦੇ ਹਾਂ ਆਪਣੇ ਅਗਲੇ ਪ੍ਰਸ਼ਨ 'ਤੇ। ਅਗਲਾ ਪ੍ਰਸ਼ਨ ਕਹਿ ਰਿਹਾ ਕਿ ਬੀ ਏ ਦੀ ਪਿਤਾ ਦਾ ਪਿਤਾ ਅਤੇ ਬੀ ਸੀ ਪਿਤਾ ਹੈ। ਉਸ ਤੋਂ ਬਾਅਦ ਗੱਲ ਕਰ ਰਹੇ ਸਾਡੇ ਤੋਂ ਬੀ ਏ ਦਾ ਪਿਤਾ ਹੈ ਅਤੇ ਬੀ ਸੀ ਦੇ ਪਤੀ ਦਾ
ਸੀ ਦੇ ਪਤੀ ਦੀ, ਸੀ ਦਾ ਪਤੀ ਮਤਲਬ ਕਿ ਸੀ ਦਾ ਮਤਲਬ ਇੱਕ ਮਹਿਲਾ ਹੈ, ਸੀ ਦੇ ਪਤੀ ਦਾ ਬੇਟਾ ਹੈ। ਠੀਕ ਹੈ ਜੀ। ਹੁਣ ਉਹ ਪੁੱਛ ਰਿਹਾ ਕਿ ਸੀ ਏ ਦੀ ਕੀ ਲੱਗਦੀ ਹੈ, ਤਾਂ ਹੋਵੇਗਾ ਦਾਦੀ ਦਾ। ਸੀ ਦਾਦੀ ਦਾ ਕਿ ਕਿਉਂ ਦਾਦੀ ਲਈ, ਕਿਉਂਕਿ ਬੀ ਏ ਦਾ ਪਿਤਾ ਹੈ, ਪਿਤਾ ਦੀ ਮਾਂ ਦਾਦੀ। ਆਪਸ਼ਨ ਊੜਾ ਇਸ ਦਾ ਬਿਲਕੁਲ ਸਹੀ ਆਂਸਰ ਹੋਵੇਗਾ। ਹੁਣ ਅਸੀਂ ਚੱਲਦੇ ਹਾਂ ਆਪਣੇ ਅਗਲੇ ਪ੍ਰਸ਼ਨ 'ਤੇ। ਇਹ ਹੋਵੇਗਾ ਇਸ ਇਕੁਏਸ਼ਨ ਦਾ ਸੋਲਿਊਸ਼ਨ। ਹੁਣ ਅਸੀਂ ਚੱਲਦੇ ਹਾਂ ਆਪਣੇ ਅਗਲੇ ਪ੍ਰਸ਼ਨ 'ਤੇ। ਅਗਲਾ ਪ੍ਰਸ਼ਨ ਹੈ, ਇੱਕ ਚਿੱਤਰ ਵੱਲ ਇਸ਼ਾਰਾ ਕਰਦੇ ਹੋਏ ਪਿੰਕੀ ਬੋਲੀ। ਇਹ ਜੀ ਪਿੰਕੀ ਬੋਲੀ ਇੱਕ ਚਿੱਤਰ ਵੱਲ ਇਸ਼ਾਰਾ ਕਰਦੇ ਹੋਏ, ਮਤਲਬ ਕਿ ਕਿਸੇ ਖੁਦ ਵੱਲ ਪਿੰਕੀ ਇੱਕ ਚਿੱਤਰ ਵੱਲ ਇਸ਼ਾਰਾ ਕਰਦੇ ਹੋਏ ਪਿੰਕੀ ਬੋਲੀ। ਕੀ ਬੋਲੀ? ਉਹ ਮੇਰੇ ਭਰਾ ਦੇ ਦਾਦਾ ਜੀ, ਜਾਂ ਫਿਰ ਪਿੰਕੀ ਦੇ ਦਾਦਾ ਜੀ ਵੀ ਕਹਿ ਸਕਦੇ, ਚਲ ਭਰਾ ਦੇ ਦਾਦਾ ਜੀ ਲੈ ਲੈਂਦੇ ਹਾਂ, ਜਿਵੇਂ ਕਿ ਉਸਦੇ ਵਿੱਚ ਦੱਸਿਆ ਗਿਆ ਭਰਾ ਦੇ ਦਾਦਾ ਜੀ, ਪਿਤਾ ਦਾਦਾ। ਮੇਰੇ ਭਰਾ ਦੇ ਦਾਦਾ ਜੀ ਦੀ ਇਕਲੌਤੀ ਪੁੱਤਰੀ, ਮਤਲਬ ਕਿ ਇਹਨਾਂ ਦੀ ਪਤਨੀ ਜੇਕਰ ਇਹ ਇੱਕੋ ਇੱਕ ਕੁੜੀ ਹੈ ਤਾਂ ਇਹ ਤਾਂ ਇਸਦਾ ਭਰਾ ਹੋ ਗਿਆ ਪਿੰਕੀ ਦਾ, ਤਾਂ ਪਿੰਕੀ ਖੁਦ ਦੀ ਗੱਲ ਕਰ ਰਹੀ। ਤਾਂ ਉਸ ਚਿੱਤਰ ਦਾ ਪਿੰਕੀ ਨੇ ਆਪਸ਼ਨ ਸੱਸਾ ਆਪ, ਤਾਂ ਪਿੰਕੀ ਖੁਦ ਆਪ ਹੋਵੇਗੀ। ਤੁਸੀਂ ਸਟੇਟਮੈਂਟ ਨੂੰ ਧਿਆਨ ਨਾਲ ਇੱਕ ਦੋ ਵਾਰ ਰਿਪੀਟ ਕਰ ਲੈਣਾ ਹੈ। ਜੇਕਰ ਤੁਸੀਂ ਸਟੇਟਮੈਂਟ ਨੂੰ ਇੱਕ ਦੋ ਵਾਰ ਰਿਪੀਟ ਜਲਦੀ ਹੋ ਜਾਂਦਾ ਹੈ ਪ੍ਰਸ਼ਨ ਦਾ, ਜੋ ਵੀ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਸੋਲਵ ਨੂੰ ਕਰ ਸਕਦੇ ਹੋ ਜੇਕਰ ਸਟੇਟਮੈਂਟ ਚੰਗੀ ਤਰ੍ਹਾਂ ਸਮਝ ਲੈਂਦੇ ਹੋ। ਸਟੇਟਮੈਂਟ ਸਮਝਦੇ ਨਾਲ ਜਿਵੇਂ ਪਲੱਸ ਮਾਈਨਸ ਦਾ ਚੇਂਜ ਤੇ ਇਹ ਡਬਲ ਲਾਈਨ ਆਉਂਦੇ ਰਿਸ਼ਤਾ ਪੀੜ੍ਹੀ ਦਰ ਪੀੜ੍ਹੀ ਵੱਧਦਾ ਹੈ, ਨੀਚੇ ਨੂੰ ਆਉਂਦੇ ਪੀੜ੍ਹੀ ਦਰ ਪੀੜ੍ਹੀ ਘਟਦਾ ਹੈ। ਇਹਨਾਂ ਚੀਜ਼ਾਂ ਤੇ ਜਦੋਂ ਤੁਸੀਂ ਹੁਣ ਅਸੀਂ ਗੱਲ ਕਰਦੇ ਹਾਂ ਅਗਲੇ ਪ੍ਰਸ਼ਨ। ਬਨੀਤ ਇੱਕ ਔਰਤ ਵੱਲ ਇਸ਼ਾਰਾ ਕਰਦੇ ਹੋ ਕਹਿੰਦਾ ਹੈ, ਇਹ ਹੋ ਗਿਆ ਜੀ ਬਨੀਤ ਇੱਕ ਔਰਤ ਵੱਲ ਇਸ਼ਾਰਾ ਕਰਦੇ ਹੋ ਕਹਿੰਦਾ ਹੈ ਕਿ ਮੇਰੇ ਦਾਦਾ ਜੀ ਦੇ ਇਕਲੌਤੇ ਪੁੱਤਰ। ਬਨੀਤ ਦਾ ਪਿਤਾ ਦਾ ਪਿਤਾ ਮੇਰੇ ਦਾਦਾ ਜੀ ਦੇ ਇਕਲੌਤੇ ਪੁੱਤਰ, ਮਤਲਬ ਕਿ ਇਕਲੌਤਾ ਪੁੱਤਰ ਹੋ ਗਿਆ ਪਿਤਾ ਬਨੀਤ ਦਾ, ਦੀ ਪੁੱਤਰੀ ਹੈ ਇਹਦਾ ਮਤਲਬ ਬਨੀਤ ਕਿਸ ਦੇ ਵੱਲ ਇਸ਼ਾਰਾ ਕਰ ਰਿਹਾ? ਜੇਕਰ ਬਨੀਤ ਇਸ਼ਾਰਾ ਕਰ ਰਿਹਾ ਤਾਂ ਉਹ ਆਪਣੀ ਭੈਣ ਵੱਲ ਕਰ ਰਿਹਾ ਹੈ, ਤਾਂ ਬਨੀਤ ਉਸ ਔਰਤ ਦਾ ਕੀ ਲੱਗਦਾ ਹੈ? ਤਾਂ ਬਨੀਤ ਉਸ ਔਰਤ ਦਾ ਭਰਾ ਲੱਗੇਗਾ। ਬਿਲਕੁਲ ਸਹੀ ਆਪਸ਼ਨ ਊੜਾ ਇਸਦਾ ਬਿਲਕੁਲ ਸਹੀ ਆਂਸਰ ਹੋਵੇਗਾ। ਇਹ ਸੀ ਸਾਡਾ ਅੱਜ ਦਾ ਆਖਰੀ ਪ੍ਰਸ਼ਨ। ਤੁਸੀਂ ਇਸ ਬਲੱਡ ਰਿਲੇਸ਼ਨ ਵਾਲੇ ਟੌਪਿਕ ਵਿੱਚ ਇੱਕ ਧਿਆਨ ਦੇਣਾ ਹੈ ਕਿ ਜੇਕਰ ਤੁਸੀਂ ਇਹਨਾਂ ਚਿੰਨ੍ਹਾਂ 'ਤੇ ਬਹੁਤ ਹੀ ਜ਼ਿਆਦਾ ਕਮਾਂਡ ਬਣਾ ਲੈਂਦੇ ਹੋ, ਮੇਰਾ ਕਹਿਣਾ ਮਤਲਬ ਪ੍ਰੈਕਟਿਸ ਕਰਦੇ ਹੋ, ਤਾਂ ਤੁਹਾਡੇ ਲਈ ਬਹੁਤ ਆਸਾਨ ਹੋ ਜਾਵੇਗਾ। ਕਿਉਂਕਿ ਪ੍ਰਸ਼ਨ ਵਿੱਚ ਬਿਲਕੁਲ ਆਸਾਨ ਪ੍ਰਸ਼ਨ ਨਹੀਂ ਪੁੱਛੇ ਜਾਂਦੇ ਕਿ ਤੁਹਾਡੇ ਪਿਤਾ ਦੇ ਭਰਾ ਨਾਲ ਕੀ ਸੰਬੰਧ ਹੈ, ਇਸ ਤਰ੍ਹਾਂ ਦੇ ਪ੍ਰਸ਼ਨ ਨਹੀਂ ਪੁੱਛੇ ਜਾਂਦੇ। ਇਸ ਤਰ੍ਹਾਂ ਤੁਸੀਂ ਬਹੁਤ ਹੀ ਆਸਾਨੀ ਨਾਲ ਪ੍ਰਸ਼ਨ ਕਰ ਸਕਦੇ ਹੋ। ਪ੍ਰਸ਼ਨ ਹਮੇਸ਼ਾ ਇੱਕ ਅਲੱਗ ਹੀ ਲੈਵਲ 'ਤੇ ਪੁੱਛੇ ਜਾਂਦੇ ਹਨ, ਜੋ ਕਿ ਬਹੁਤ ਹੀ ਜ਼ਿਆਦਾ ਟਾਈਮ ਲੈਂਦੇ ਹਨ। ਜੇਕਰ ਤੁਸੀਂ ਇਸ ਤਰ੍ਹਾਂ ਟੇਬਲ ਬਣਾਉਣ ਤੋਂ ਇਲਾਵਾ ਉਹ ਪ੍ਰਸ਼ਨ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹੋ ਅਤੇ ਤੁਸੀਂ ਸੋਲਵ ਕਰ ਵੀ ਲੈਂਦੇ ਹੋ, ਜੇਕਰ ਤੁਸੀਂ ਉਹਨਾਂ ਦੋ ਪ੍ਰਸ਼ਨਾਂ 'ਤੇ ਹੀ 10 ਮਿੰਟ ਲਗਾ ਲੈਂਦੇ ਹੋ ਤਾਂ ਉਸਦਾ ਕੋਈ ਵੀ ਫਾਇਦਾ ਨਹੀਂ ਹੈ। ਇਸ ਲਈ ਤੁਹਾਨੂੰ ਇਹ ਚਾਰਟ ਬਿਲਕੁਲ ਬਣਾਉਣਾ ਆਉਣਾ ਚਾਹੀਦਾ ਹੈ। ਸਿੰਗਲ ਲਾਈਨ ਵਾਲਾ, ਸਿੰਗਲ ਲਾਈਨ ਵਾਲਾ ਚਾਰਟ ਹੋ ਗਿਆ ਜੀ, ਡਬਲ ਲਾਈਨ ਵਾਲਾ ਇਸ ਤਰ੍ਹਾਂ, ਅਤੇ ਇਸ ਤਰ੍ਹਾਂ ਜੋ ਪੀੜ੍ਹੀ ਦਰ ਪੀੜ੍ਹੀ ਵਧਣੇ ਵਾਲਾ, ਘਟਣ ਵਾਲਾ। ਜੇ ਤੁਸੀਂ ਇਸ ਚੀਜ਼ 'ਤੇ ਪ੍ਰੈਕਟਿਸ ਕਰੋਗੇ ਤਾਂ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਇਹਨਾਂ ਪ੍ਰਸ਼ਨ ਲੱਗ ਜਾਓ। ਹੁਣ ਮੈਂ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਕੁਝ ਪ੍ਰਸ਼ਨ ਦੇਵਾਂਗਾ, ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਖੁਦ ਸੋਲਵ ਕਰਨਾ ਹੈ ਅਤੇ ਇਹਨਾਂ ਦਾ ਆਨਸਰ ਕਮੈਂਟ ਬਾਕਸ ਵਿੱਚ ਦੇਣਾ ਹੈ।
ਤੇ ਇਹ ਹਨ 1 ਨੰਬਰ ਪ੍ਰਸ਼ਨ, 2 ਨੰਬਰ ਪ੍ਰਸ਼ਨ, 3 ਨੰਬਰ ਪ੍ਰਸ਼ਨ, 4 ਨੰਬਰ ਤੇ 5 ਨੰਬਰ। ਇਹਨਾਂ 5 ਪ੍ਰਸ਼ਨਾਂ ਦਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਹੈ। ਠੀਕ ਹੈ ਜੀ। ਇਹਨਾਂ ਵਿੱਚ ਜੋ 5 ਨੰਬਰ ਪ੍ਰਸ਼ਨ ਹੈ ਉਹ ਥੋੜ੍ਹਾ ਜਿਹਾ ਗਲਤ ਹੈ। ਇਹਨਾਂ ਕਥਨੋਂ 'ਚ ਕੌਣ 5 ਨੰਬਰ ਤਾਂ ਸਹੀ ਹੈ, 5 ਨੰਬਰ ਸਹੀ ਹੈ। ਨਹੀਂ, 5 ਨੰਬਰ ਸਹੀ ਹੈ। ਇਹਨਾਂ ਵਿੱਚੋਂ ਸਾਰੇ ਪ੍ਰਸ਼ਨ ਸਹੀ ਹਨ, 5 ਨੰਬਰ ਸਹੀ ਹੈ। ਇਹਨਾਂ 5 ਪ੍ਰਸ਼ਨਾਂ ਦਾ ਤੁਸੀਂ ਸਹੀ ਆਨਸਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੇ ਕਮੈਂਟ ਵਿੱਚ ਆਨਸਰ ਜੋ ਵੀ ਹਨ, ਸਹੀ ਆਨਸਰ ਜਾਂ ਗਲਤ ਜੋ ਵੀ ਤੁਹਾਡੇ ਤੋਂ ਹੁੰਦੇ ਹਨ, ਉਹ ਕਮੈਂਟ ਬਾਕਸ ਵਿੱਚ ਜ਼ਰੂਰ ਭੇਜਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਧੰਨਵਾਦ।